ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਫਰੈਂਡਸ ਜਦੋਂ ਬੈਠਦੇ ਨੇ, ਫੋਨ ਤੇ ਵੀ ਗੱਲ ਕਰਦੇ ਨੇ, ਆਪਸ ਦੇ ਵਿੱਚ ਜਦੋਂ ਸੰਪਰਕ ਕਰਦੇ ਨੇ, ਇੱਕ ਗੱਲ ਜ਼ਰੂਰੀ ਤੌਰ ਤੇ ਜਾਣਨਾ ਚਾਹੁੰਦੇ ਨੇ ਇੱਕ ਦੂਜੇ ਕੋਲੋਂ, ਤੂੰ ਕਿੰਨਾ ਕਮਾ ਲੈਣਾ ਮਹੀਨੇ ਦਾ? ਓਏ ਤੂੰ ਮੇਰੇ ਤੋਂ ਜ਼ਿਆਦਾ ਅਮੀਰ ਤਾਂ ਨਹੀਂ ਹੋ ਗਿਆ? ਸਦਕੇ ਤੇਰੀਆਂ ਕਮਾਈਆਂ ਤੋਂ। ਮਤਲਬ ਆਪਸ ਦੇ ਵਿੱਚ ਕੰਪੀਟੀਸ਼ਨ, ਫਿਕਰ ਲੱਗਿਆ ਰਹਿੰਦਾ, ਮੇਰਾ ਮਿੱਤਰ ਮੇਰੇ ਨਾਲੋਂ ਜ਼ਿਆਦਾ ਕਮਾਉਂਦਾ, ਮੇਰੇ ਨਾਲੋਂ ਜ਼ਿਆਦਾ ਅਮੀਰ ਹੈ। ਆਂਢ ਗੁਆਂਢ ਦੇ ਵਿੱਚ ਵੀ ਗੁਆਂਢੀ ਮੇਰੇ ਨਾਲੋਂ ਜ਼ਿਆਦਾ ਕਮਾਉਂਦਾ, ਵੱਡੀ ਕਾਰ ਲੈ ਲਈ, ਮੇਰੀ ਕਾਰ ਛੋਟੀ ਹੈ। ਹਰ ਸਾਲ ਨਵਾਂ ਮਾਡਲ ਲੈ ਲੈਂਦਾ, ਨਵੀਂ ਕਾਰ ਜਿਹੜੀ ਮਾਰਕੀਟ 'ਚ ਆਉਂਦੀ ਹੈ। ਮੈਂ 6 ਸਾਲ ਬਾਅਦ, 5 ਸਾਲ ਬਾਅਦ ਕੀ ਹੋਇਆ? ਮਤਲਬ ਇਹ ਕੰਪੀਟੀਸ਼ਨ। ਔਰ ਫਿਰ ਸੋਸ਼ਲ ਸਰਕਲ ਦੇ ਵਿੱਚ ਕੰਪੀਟੀਸ਼ਨ। ਕਿਤੇ ਜਾਵਾਂਗੇ ਪਾਰਟੀਆਂ ਤੇ ਦੇਖਾਂਗੇ ਇੱਕ ਦੂਜੇ ਦੀ ਡਰੈਸ, ਹੈ ਨਾ, ਇੱਕ ਦੂਜੇ ਨੂੰ ਘੋਖਣ ਦੀ, ਤਾੜਨ ਦੀ ਕੋਸ਼ਿਸ਼ ਕਰਾਂਗੇ, ਚੈੱਕ ਕਰਨ ਦੀ, ਅੱਖਾਂ ਵਿੱਚ ਤੋਲਣ ਦੀ ਕੋਸ਼ਿਸ਼ ਕਰਾਂਗੇ ਦੂਜੇ ਦੇ ਪੱਲੇ ਕਿੰਨਾ ਹੈ। ਇੱਦਾਂ ਹੀ ਦੇਸ਼ ਵੀ ਕਰਦੇ ਨੇ, ਦੇਸ਼ ਦੇ ਅੰਦਰ ਵੱਖ-ਵੱਖ ਸਟੇਟਸ ਵੀ ਕਰਦੀਆਂ ਨੇ। ਮਤਲਬ ਇਹ ਜਿਹੜਾ ਕੰਪੀਟੀਸ਼ਨ ਦਾ ਸਾਡੇ ਅੰਦਰ ਰੁਝਾਨ ਹੈ, ਸਾਡੇ ਅੰਦਰ ਵਿਚਾਰ ਹੈ, ਨੈਚੁਰਲ। ਸੋ ਇਕੋਨਮੀ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਨਾ, ਅਮਰੀਕਾ ਦੀ ਇਕੋਨਮੀ ਦੀ, ਉਦੋਂ ਵੀ ਇਹੀ ਹੋ ਬਈ ਦੂਜਾ ਬੰਦਾ ਮੇਰੇ ਨਾਲੋਂ ਵੱਧ ਕਮਾ ਰਿਹਾ ਹੈ ਜਾਂ ਮੈਂ ਉਹਦੇ ਨਾਲੋਂ ਕਿੰਨਾ ਘੱਟ ਕਮਾ ਰਿਹਾ, ਇਕੋਨਮੀ ਕਿੱਦਾਂ ਪਰਫਾਰਮ ਕਰ ਰਹੀ ਹੈ। ਇਹ ਸਾਰੀਆਂ ਗੱਲਾਂ ਦੇ ਪਿੱਛੇ ਇਹੀ ਸੋਚ ਹੁੰਦੀ ਹੈ, ਮੈਂ ਕਿੰਨਾ ਕੁ ਅਮੀਰ ਹਾਂ। ਮੁੱਕਦੀ ਗੱਲ, ਤੇਰੀ ਕਮੀਜ਼ ਮੇਰੀ ਕਮੀਜ਼ ਨਾਲੋਂ ਸਫੇਦ ਕਿਉਂ? ਮੈਂ ਕਿਹੜਾ ਡਿਟਰਜੈਂਟ ਪਾਊਡਰ ਇਸਤੇਮਾਲ ਕਰਾਂ ਕਿ ਮੇਰੀ ਕਮੀਜ਼ ਤੇਰੀ ਕਮੀਜ਼ ਨਾਲੋਂ ਜ਼ਿਆਦਾ ਸਫੇਦ ਹੋ ਜਾਏ। ਔਰ ਇਹਦੇ ਵਿੱਚ ਹੀ ਸਾਰੀਆਂ ਐਡਵਰਟਾਈਜ਼ਿੰਗ ਏਜੰਸੀਜ਼, ਕੰਪਨੀਆਂ ਕਮਾਈ ਕਰਦੀਆਂ ਨੇ। ਇਸੇ ਬੇਸ ਦੇ ਉੱਤੇ ਤਾਂ ਪੂਰੀ ਮਾਰਕੀਟ ਖੜੀ ਹੈ। ਇੱਕ ਕੰਪੀਟੀਸ਼ਨ ਪੈਦਾ ਕਰੋ ਆਪਸ ਦੇ ਵਿੱਚ ਹੀ, ਤਾਂ ਫਿਰ ਆਪਣੀਆਂ ਪ੍ਰੋਡਕਟਸ ਵੇਚੋ, ਆਪਣੀਆਂ ਸਰਵਿਸਿਜ਼ ਵੇਚੋ। ਇੱਥੋਂ ਤੱਕ ਕਿ ਤੁਹਾਡੇ ਆਪਣੇ ਅੰਦਰ ਹੀ ਕੰਪੀਟੀਸ਼ਨ ਕ੍ਰੀਏਟ ਕਰ ਦੇਣਗੇ। ਤੂੰ ਥੋੜ੍ਹਾ ਜਿਹਾ ਕਾਲਾ ਹੈ, ਤੈਨੂੰ ਗੋਰਾ ਹੋਣਾ ਚਾਹੀਦਾ, ਸਾਡੀ ਕਰੀਮ ਇਸਤੇਮਾਲ ਕਰ। ਉਹ ਬੰਦਾ ਆਪਣੀ ਸ਼ਕਲ ਮੁੜ ਕੇ ਸ਼ੀਸ਼ੇ ਵਿੱਚ ਹੀ ਦੇਖੀ ਜਾਂਦਾ, ਹੁਣ ਮੈਂ ਗੋਰਾ ਹੋਇਆ ਕਿ ਨਹੀਂ ਹੋਇਆ? ਹਫਤਾ ਹੋ ਗਿਆ ਮੈਨੂੰ ਕਰੀਮ ਇਸਤੇਮਾਲ ਕਰਦੇ ਨੂੰ, ਮੈਂ ਅੱਗੇ ਨਾਲੋਂ ਗੋਰਾ ਹੋਇਆ ਕਿ ਨਹੀਂ ਹੋਇਆ? ਦੱਸੋ। ਹੁਣ ਇਹ ਸਾਰਾ ਜਿਹੜਾ ਕੰਪੀਟੀਸ਼ਨ ਹੈ ਨਾ, ਭਾਵੇਂ ਆਪਣੇ ਆਪ ਨਾਲ, ਭਾਵੇਂ ਲੋਕਾਂ ਨਾਲ, ਆਲੇ ਦੁਆਲੇ ਨਾਲ, ਇਹ ਕੰਪੀਟੀਸ਼ਨ ਹੀ ਮਾਰਕੀਟ ਦਾ ਆਧਾਰ ਹੈ। ਔਰ ਇਹਦੇ ਉੱਤੇ ਹੀ ਸਾਰੀ ਮਾਰਕੀਟ ਘੁੰਮਦੀ ਆ, ਧੁਰੀ ਆ। ਇਹ ਧੁਰੀ ਦੇ ਉੱਤੇ ਪੂਰਾ ਚੱਕਾ ਘੁੰਮਦਾ ਮਾਰਕੀਟ ਦਾ। ਸੋ ਇਹੀ ਧੁਰੀ ਇਲੈਕਸ਼ਨ ਦੇ ਵਿੱਚ ਹੀ ਆ। ਡੋਨਲਡ ਟਰੰਪ ਅੱਗੇ ਨੇ ਕਿ ਕਮਲਾ ਹੈਰਿਸ ਅੱਗੇ ਨੇ। ਧੁਰੀ ਕੰਪੀਟੀਸ਼ਨ, ਕਿਹੜਾ ਬਣੂਗਾ ਵਾਈਟ ਹਾਊਸ ਦੇ ਵਿੱਚ ਜਾ ਕੇ ਆਪਣੀ ਪਾਵਰ ਸਥਾਪਿਤ ਕਰਨ ਵਾਲਾ ਜੇਤੂ, ਜਾਂ ਲੱਗੇ ਹੋਏ ਨੇ। ਸੋ ਇੰਡੀਆ ਇੰਟਰਨੈਸ਼ਨਲ ਕੁਝ ਮੁੱਦੇ ਜੋ ਸਾਡਾ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਦੇ ਪਏ ਨੇ। ਕਹਿੰਦੇ ਨੇ ਕਿ ਇਸ ਵਾਰ ਨਾ ਜਿਹੜੀਆਂ ਕੋਰਟਸ ਨੇ, ਅਦਾਲਤਾਂ ਨੇ, 2023 ਤੋਂ ਬਾਅਦ ਇਹ ਸਭ ਤੋਂ ਵੱਡਾ ਇੱਕ ਫੈਕਟਰ ਬਣਨ ਜਾ ਰਹੀਆਂ ਨੇ ਕੇਸ ਡਿਸਾਈਡ ਕਰਨ ਵਾਸਤੇ। ਕਿਹੜਾ ਕੇਸ? ਇਲੈਕਸ਼ਨਸ ਦਾ। ਕਿਹੜਾ ਜਿੱਤੂਗਾ, ਕਿਹੜਾ ਹਾਰੂਗਾ, ਹਾਓ, ਕਿੱਦਾਂ? ਦੇਖੋ, ਤਕਰੀਬਨ 37 ਸਟੇਟਸ ਦੇ ਵਿੱਚ, ਔਰ ਉਹਦੇ ਵਿੱਚ ਸਵਿੰਗ ਸਟੇਟਸ ਵੀ ਆਉਂਦੀਆਂ ਨੇ। ਸਵਿੰਗ ਸਟੇਟਸ ਤਾਂ ਖਾਸ ਕਰਕੇ ਆਉਂਦੀਆਂ ਨੇ। ਔਰ ਇਹਨਾਂ ਸਾਰੀਆਂ ਸਟੇਟਸ ਦੇ ਵਿੱਚ ਤਕਰੀਬਨ 165 ਤੋਂ 170 ਕੇਸ ਦਰਜ ਕੀਤੇ ਗਏ ਨੇ ਇਲੈਕਸ਼ਨਸ ਦੇ ਉੱਤੇ, ਵੱਖ-ਵੱਖ ਐਂਗਲਸ ਤੋਂ। ਜਿਹਦੇ ਮਨ 'ਚ ਆਇਆ ਉਹਨੇ ਕੇਸ ਕਰਤਾ। ਇਲੈਕਸ਼ਨ ਦਾ ਪ੍ਰੋਸੈਸ, ਵੋਟਰਸ ਕਿੱਦਾਂ ਰਜਿਸਟਰਡ ਹੋਣ, ਕੌਣ ਵੋਟਰਸ ਹੋਣ, ਕੌਣ ਵੋਟ ਪਾ ਸਕਦੇ ਨੇ, ਕੌਣ ਵੋਟ ਨਹੀਂ ਪਾ ਸਕਦੇ, ਵੋਟਾਂ ਕਾਊਂਟ ਕਿਵੇਂ ਹੋਣ, ਇਹ ਤਕਰੀਬਨ ਸਾਰੇ ਪ੍ਰੋਸੈਸ ਦੇ ਉੱਤੇ 170 ਦੇ ਕਰੀਬ ਕੇਸ ਪੂਰੀ ਅਮਰੀਕਾ ਦੀਆਂ ਡਿਫਰੈਂਟ ਸਟੇਟਸ ਦੇ ਵਿੱਚ, 37 ਸਟੇਟਸ ਦੇ ਵਿੱਚ, ਇਨਕਲੂਡਿੰਗ ਸਵਿੰਗ ਸਟੇਟਸ। ਹੁਣ ਇਹ ਕੋਰਟਾਂ ਜਦੋਂ ਫੈਸਲੇ ਦਿੰਦੀਆਂ ਨੇ ਤਾਂ ਜ਼ਾਹਿਰ ਤੌਰ 'ਤੇ ਇਹਨਾਂ ਦਾ ਅਸਰ ਪੈਣਾ ਇਲੈਕਸ਼ਨਸ ਦੇ ਉੱਤੇ, ਇਲੈਕਸ਼ਨਸ ਦੇ ਨਤੀਜਿਆਂ ਦੇ ਉੱਤੇ। ਯਾਨੀ ਕਿ ਕੋਰਟਸ ਜਿਹੜੀਆਂ ਨੇ ਯੂਨਾਈਟਿਡ ਸਟੇਟਸ ਆਫ ਅਮਰੀਕਾ ਦੀਆਂ ਇੱਕ ਖਾਸ ਕਰੈਕਟਰ ਬਣ ਗਈਆਂ ਨੇ, ਇੱਕ ਖਾਸ ਰੋਲ ਅਦਾ ਕਰਨ ਲੱਗੀਆਂ ਨੇ ਇਹ ਇਲੈਕਸ਼ਨ ਦੀ ਫਿਲਮ ਦੇ ਵਿੱਚ। ਔਰ ਉਹ ਰੋਲ ਬੜਾ ਜ਼ਬਰਦਸਤ ਹੋਣ ਵਾਲਾ ਹੈ, ਔਰ ਉਹ ਇਲੈਕਸ਼ਨਸ ਦੇ ਨਤੀਜਿਆਂ ਨੂੰ ਪ੍ਰਭਾਵਿਤ ਕਰਨ ਵਾਲਾ ਹੈ। ਆਫ ਕੋਰਸ ਡੋਨਲਡ ਟਰੰਪ ਦੇ ਕੇਸਿਸ ਤਾਂ ਹੈਗੇ ਹੀ ਨੇ, ਉਹਨਾਂ ਦਾ ਵੀ ਫੈਸਲਾ, ਉਹ ਵੀ ਰੋਲ ਅਦਾ ਕਰਨਾ ਕੋਰਟਸ ਨੇ। ਪਰ ਇੱਥੇ ਇਲੈਕਸ਼ਨ ਦੇ ਪ੍ਰੋਸੈਸ ਦੀ ਆਪਾਂ ਗੱਲ ਕਰਦੇ ਪਏ ਹਾਂ। ਔਰ ਇਸੇ ਚੀਜ਼ ਨੂੰ ਬਾਰ-ਬਾਰ ਡੋਨਲਡ ਟਰੰਪ ਤੇ ਉਹਨਾਂ ਦੀਆਂ ਸਾਰੀਆਂ ਟੀਮਸ, ਉਹਨਾਂ ਦੇ ਸਾਰੇ ਭਾਈਵਾਲ, ਭਈ 2020 ਦੇ ਵਿੱਚ ਸਾਡੇ ਨਾਲ ਫਰਾਡ ਹੋ ਗਿਆ, ਅਸੀਂ ਹਾਰ ਗਏ, ਅਸੀਂ ਜਿੱਤ ਗਏ ਸੀ, ਇਸ ਕਰਕੇ ਇਹ ਸਾਰਾ ਤਾਮ-ਝਾਮ ਹੋਇਆ। ਹਿਸਟਰੀ ਦੇ ਵਿੱਚ ਆਪਾਂ ਦੇਖਦੇ ਹਾਂ ਕਿੱਦਾਂ ਉਹਨਾਂ ਦੇ ਜਿਹੜੇ ਸਪੋਰਟਰ ਸੀ ਉਹਨਾਂ ਨੇ ਤਹਿਲਕਾ ਮਚਾਇਆ।
ਔਰ ਸੇਮ ਚੀਜ਼ ਹੋ ਸਕਦੀ ਹੈ 2024 ਦੇ ਵਿੱਚ। ਜੇ ਮੈਂ ਇਲੈਕਸ਼ਨਸ ਹਾਰ ਗਿਆ, ਇਹ ਫਰਾਡ ਹੈ। ਅਗੇਨ ਇਸੇ ਚੀਜ਼ ਨੂੰ ਪ੍ਰਮੋਟ ਕਰਦੇ ਪਏ ਨੇ, ਡਾਊਟ ਕ੍ਰੀਏਟ ਕਰਨਾ, ਇਲੈਕਸ਼ਨਸ ਨੂੰ ਲੈ ਕੇ ਡਾਊਟ ਕ੍ਰੀਏਟ ਕਰਨਾ। ਔਰ ਜੋ ਇਹ 170 ਦੇ ਕਰੀਬ ਲਾਅ ਸੂਟਸ ਹੋਏ ਨੇ ਕੋਰਟਸ ਦੇ ਵਿੱਚ, ਇਹ ਕਿਤੇ ਨਾ ਕਿਤੇ ਰੈਫਰੈਂਸ ਦੇਣ ਦੇ ਵਿੱਚ ਕਾਮਯਾਬ ਹੋ ਜਾਂਦੇ ਨੇ ਡੋਨਲਡ ਟਰੰਪ ਦੀ ਕੈਂਪੇਨ ਨੂੰ, ਕਿ ਜਿਹੜਾ ਉਹ ਡਾਊਟ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਵੋਟਰਸ ਦੇ ਮਨਾਂ ਦੇ ਵਿੱਚ। ਨਾਓ ਦੈਟ ਇਜ਼ ਦ ਮੇਨ ਥਿੰਗ। ਵੋਟਾਂ ਕਿਵੇਂ ਪੈਣੀਆਂ ਚਾਹੀਦੀਆਂ ਨੇ, ਵੋਟਾਂ ਕਿਵੇਂ ਕਾਊਂਟ ਹੋਣੀਆਂ ਚਾਹੀਦੀਆਂ ਨੇ, ਇਹ ਵੀ ਇੱਕ ਝਮੇਲਾ ਖੜਾ ਕੀਤਾ ਹੋਇਆ। ਹੁਣ ਇਹਦਾ ਕੀ ਹੱਲ ਨਿਕਲੂ, ਇਹ ਕੋਰਟਸ ਦੱਸਣਗੀਆਂ। ਨਾਓ ਸਟੇਟਸ ਜਿਹੜੀਆਂ ਸਵਿੰਗ ਸਟੇਟਸ ਨੇ, ਉਹਦਾ ਆਪਾਂ ਅਕਸਰ ਜ਼ਿਕਰ ਕਰਦੇ ਰਹਿੰਦੇ ਹਾਂ। ਸਵਿੰਗ ਸਟੇਟਸ ਐਰੀਜ਼ੋਨਾ, ਜਾਰਜੀਆ, ਪੈਨਸਿਲਵੇਨੀਆ, ਮਿਸ਼ੀਗਨ, ਨਿਵਾਡਾ, ਨਾਰਥ ਕੈਰੋਲੀਨਾ ਐਂਡ ਵਿਸਕੌਨਸਿਨ। ਇਹ ਖਾਸ ਤੌਰ ਤੇ, ਔਰ ਇਹਦੇ ਵਿੱਚ ਪੈਨਸਿਲਵੇਨੀਆ ਖਾਸ ਤੌਰ ਤੇ ਇੱਕ ਸਟਾਰ ਸਟੇਟ ਆ, ਔਰ ਕਹਿੰਦੇ ਨੇ ਕਿ ਇਹਦੇ ਵਿੱਚੋਂ ਹੀ ਜਿੱਤ ਦਾ ਰਾਹ ਨਿਕਲਦਾ ਹੈ। ਕੁਝ ਵੀ ਇਮੈਜਿਨ ਕਰ ਸਕਦੇ ਹੋ ਤੁਸੀਂ, ਬਿਕਾਜ਼ ਇਹਨਾਂ ਦੋਵੇਂ ਪਾਰਟੀਆਂ ਨੇ, ਡੈਮੋਕ੍ਰੇਟਸ ਐਂਡ ਰਿਪਬਲਿਕਨਸ ਨੇ, ਪੈਨਸਿਲਵੇਨੀਆ ਦੇ ਵਿੱਚ ਪਾਣੀ ਵਕਣ ਪੈਸਾ ਲਾਇਆ, ਰੋੜਿਆ ਪੰਜਾਬੀ ਵਿੱਚ ਪਾਣੀ ਵਕਣ ਜਿੱਤਣ ਵਾਸਤੇ, ਕਿਉਂਕਿ ਇਹ ਬੜੀ ਜ਼ਬਰਦਸਤ ਸਵਿੰਗ ਸਟੇਟ ਆ। ਸੋ ਇਹ ਸਾਰੇ ਚਾਂਸਿਸ ਇਸ ਵਕਤ ਬਣੇ ਹੋਏ ਨੇ, ਔਰ ਜੋ ਇਕੋਨਮੀ ਦਾ ਮੁੱਦਾ ਹੈ ਉਹ ਇਸ ਵਕਤ ਸਾਰਿਆਂ ਦੇ ਸਿਰ ਚੜ੍ਹ ਕੇ ਬੋਲਦਾ ਪਿਆ। ਸਾਰੇ ਇਸੇ ਗੱਲ 'ਚ ਲੱਗੇ ਹੋਏ ਨੇ, ਇਕੋਨਮੀ ਇਕੋਨਮੀ ਇਕੋਨਮੀ, ਕਿਉਂਕਿ ਫਿਊਚਰ ਵਾਸਤੇ ਉਹਨਾਂ ਨੂੰ ਖਰਚੇ ਚਾਹੀਦੇ ਨੇ। ਔਰ ਕੋਵਿਡ-19 ਦੇ ਵਿੱਚ ਬਿਜ਼ਨਸ ਕਾਫੀ ਜ਼ਿਆਦਾ ਨੁਕਸਾਨ ਵਿੱਚ ਗਏ ਨੇ, ਕੰਮ ਧੰਦੇ, ਜੌਬਸ ਕਾਫੀ ਨੁਕਸਾਨ ਵਿੱਚ ਗਏ ਨੇ। ਇਸ ਕਰਕੇ ਅੱਗੇ ਵਾਸਤੇ ਪ੍ਰੋਫਿਟ ਚਾਹੀਦੇ ਨੇ, ਕਿਉਂਕਿ ਲਾਈਫ ਹੈ, ਲਾਈਫ ਦੀ ਵੀ ਇੱਕ ਬੈਲੈਂਸ ਸ਼ੀਟ ਬਣਦੀ ਹੁੰਦੀ ਹੈ ਨਾ, ਪ੍ਰੋਫਿਟ ਲਾਸ, ਔਰ ਉਹਦੇ ਵਿੱਚੋਂ ਤੁਹਾਡੇ ਫਿਊਚਰ ਵਾਸਤੇ ਪੈਸੇ ਖਰਚੇ, ਉਹਦੇ ਵਾਸਤੇ ਇਨਵੈਸਟਮੈਂਟਸ, ਸੇਵਿੰਗਸ, everything. So economy is the most important thing. ਔਰ ਪੈਨਸਿਲਵੇਨੀਆ ਦੀ ਆਪਾਂ ਗੱਲ ਕੀਤੀ ਆ, ਉਹਦੇ ਵਿੱਚ ਡੈਮੋਕ੍ਰੇਟਸ ਖਾਸ ਤੌਰ ਤੇ ਜਲਵਾ ਦਿਖਾਉਣ ਦੇ ਵਿੱਚ ਕਾਮਯਾਬ ਹੋ ਰਹੇ ਨੇ, ਔਰ ਲੱਗਦਾ ਇਹੀ ਆ ਕਿ ਡੈਮੋਕ੍ਰੇਟਸ ਉਹਦੇ ਵਿੱਚ ਆਪਣਾ ਝੰਡਾ ਗੱਡ ਲੈਣਗੇ। ਐਕਸਪਰਟਸ ਦਾ ਮੰਨਣਾ ਇਹ ਆ, ਔਰ ਹੋ ਸਕਦਾ ਕਿ ਇੱਥੋਂ ਰਾਹ ਨਿਕਲ ਆਏ ਜਿੱਤਣ ਦਾ। ਔਰ ਐਕਸਪਰਟਸ ਇਹ ਮੰਨਦੇ ਨੇ ਕਿ ਭਾਵੇਂ ਡੋਨਲਡ ਟਰੰਪ ਜਿੱਤਣ ਅਤੇ ਭਾਵੇਂ ਕਮਲਾ ਹੈਰਿਸ ਜਿੱਤਣ, ਇਹ ਇੱਕ ਹਿਸਟਰੀ ਕ੍ਰੀਏਟ ਤਾਂ ਕਰਨਗੇ, ਦੋਵੇਂ ਹੀ ਕਰਨਗੇ। ਜੋ ਵੀ ਜਿੱਤੇਗਾ ਉਹ ਹਿਸਟਰੀ ਕ੍ਰੀਏਟ ਕਰੇਗਾ, ਕਿਉਂਕਿ ਜਿਹੜੀਆਂ 2024 ਦੀਆਂ ਇਲੈਕਸ਼ਨਸ ਨੇ ਇਹ ਹਿਸਟੋਰੀਕਲ ਹੋਣ ਵਾਲੀਆਂ ਨੇ। ਇੱਦਾਂ ਦਾ ਮਾਹੌਲ ਕਦੀ ਪਹਿਲਾਂ ਦੇਖਿਆ ਨਹੀਂ ਗਿਆ ਜਿੱਦਾਂ ਦਾ ਮਾਹੌਲ ਅੱਜ ਦੇਖਿਆ ਜਾ ਰਿਹਾ ਹੈ। ਸਭ ਤੋਂ ਵੱਡਾ ਜਲਵਾ ਤਾਂ ਇਹ ਹੈ, ਹੇਟ, ਨਫ਼ਰਤ ਇੰਨੀ ਫੈਲਾਈ ਜਾ ਰਹੀ ਹੈ। ਇਹ ਬਹੁਤ ਇੱਕ ਸੀਰੀਅਸ ਇਸ਼ੂ ਆ। ਸੋ ਹੁਣ ਆਪਾਂ ਜੋ ਹਿਸਟਰੀ ਕ੍ਰੀਏਟ ਕਰਨ ਦੀ ਗੱਲ ਕੀਤੀ ਕਿ ਇਹ ਦੋਵੇਂ ਜਾਣੇ ਹਿਸਟਰੀ ਕਿਵੇਂ ਕ੍ਰੀਏਟ ਕਰਨਗੇ। ਕਮਲਾ ਹੈਰਿਸ ਹਿਸਟਰੀ ਕ੍ਰੀਏਟ ਕਰਨਗੇ ਕਿ ਫਰਸਟ ਲੇਡੀ ਪ੍ਰੈਜ਼ੀਡੈਂਟ ਆਫ ਅਮਰੀਕਾ। ਆਪਣੇ ਆਪ 'ਚ ਹਿਸਟਰੀ ਆ, ਇਹਦੇ ਬਾਰੇ ਤਾਂ ਕੁਝ ਸੋਚਣ ਦੀ ਗੱਲ ਹੀ ਨਹੀਂ, ਸਿੱਧੀ ਸਾਦੀ ਗੱਲ। ਬਾਕੀ ਉਹਨਾਂ ਦੀਆਂ ਪਾਲਿਸੀਜ਼, ਉਹਨਾਂ ਦੇ ਵਿਜ਼ਨ ਹੈ ਨਾ। ਦੇਖੋ, ਇੱਕ ਖਾਸ ਤੌਰ ਤੇ ਇਮੀਗ੍ਰੇਸ਼ਨ ਦਾ ਆਪਾਂ ਮੁੱਦਾ ਕਹਿੰਦੇ ਹਾਂ, ਔਰ ਉਹਦੇ ਉੱਤੇ ਡੋਨਲਡ ਟਰੰਪ ਸੈਟਿਸਫਾਈ ਨੇ ਕਿ ਮੈਂ ਆਪਣੀ ਗੇਮ ਪ੍ਰੋਪਰ ਖੇਡਦਾ ਪਿਆ ਔਰ ਆਪਣਾ ਵੋਟ ਬੈਂਕ ਪ੍ਰੋਪਰ ਤਿਆਰ ਕਰਦਾ ਪਿਆ ਇਮੀਗ੍ਰੈਂਟਸ ਦੇ ਉੱਤੇ, ਪ੍ਰਵਾਸੀਆਂ ਦੇ ਉੱਤੇ। ਔਰ ਕਮਲਾ ਹੈਰਿਸ ਨੂੰ ਜਾ ਜਾ ਕੇ ਥਾਂ ਥਾਂ ਤੇ ਕਹਿਣਾ ਪੈਂਦਾ ਹੈ, ਆਈ ਹੈਵ ਅ ਪਲਾਨ, ਮੇਰੇ ਕੋਲ ਇੱਕ ਯੋਜਨਾ ਹੈਗੀ ਹੈ ਪ੍ਰਵਾਸੀਆਂ ਵਾਸਤੇ, ਕਿਉਂਕਿ ਉਹਨਾਂ ਦਾ ਵੋਟ ਬੈਂਕ ਐਬੋਰਸ਼ਨ ਹੈ। ਉਹਨਾਂ ਦਾ ਵੋਟ ਬੈਂਕ ਪ੍ਰਵਾਸੀ ਨਹੀਂ, ਪ੍ਰਵਾਸੀਆਂ ਨੂੰ ਕਨਵਿੰਸ ਕਰਨ ਦੀ ਕੋਸ਼ਿਸ਼। ਔਰ ਹਾਲਾਂਕਿ ਕਿਹਾ ਵੀ ਜਾਂਦਾ ਕਿ ਪ੍ਰਵਾਸੀ ਸਪੋਰਟ ਕਮਲਾ ਹੈਰਿਸ ਨੂੰ ਕਰਦੇ ਨੇ, ਇਹ ਐਕਸਪਰਟਸ ਦੀ ਰਾਏ ਹੈ। ਔਰ ਜੋ ਵੀ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਕੀਤਾ ਹੈ ਪ੍ਰਵਾਸੀਆਂ ਲਈ, ਔਰ ਜੋ ਵੀ ਕਮਲਾ ਹੈਰਿਸ ਉਸ ਸਾਰੀ ਲੀਗੇਸੀ ਨੂੰ ਅੱਗੇ ਲੈ ਕੇ ਤੁਰਨਾ ਉਹਨਾਂ ਨੇ, ਉਹ ਸਾਰੀ ਪਰੰਪਰਾ ਨੂੰ ਅੱਗੇ ਲੈ ਕੇ ਤੁਰਨਾ ਜੋ ਬਾਈਡਨ ਦੀ, ਉਹਦੇ ਵਿੱਚ ਇਹ ਸਾਰੀਆਂ ਤਮਾਮ ਗੱਲਾਂ ਆਉਂਦੀਆਂ ਨੇ। ਲਾਜ਼ ਵੀ ਆਉਂਦੇ ਨੇ, ਰੈਗੂਲੇਸ਼ਨਸ ਵੀ ਆਉਂਦੇ ਨੇ, ਕੋਰਟ ਦੇ ਵਿੱਚ ਪੈਂਡਿੰਗ ਕੇਸਿਸ ਵੀ ਆਉਂਦੇ ਨੇ, ਉਹਨਾਂ ਦੇ ਉੱਤੇ ਰੋਕ ਲੱਗੀ ਹੋਈ ਵੀ ਆਉਂਦੀ ਹੈ। ਔਰ ਅਮਰੀਕਾ ਦੇ ਬਾਰਡਰਸ ਨੂੰ ਕਿੱਦਾਂ ਸੁਰੱਖਿਅਤ ਕਰਨਾ ਉਹ ਵੀ ਆਉਂਦਾ। ਤਮਾਮ ਉਹ ਗੱਲਾਂ ਜਿਹੜੀਆਂ ਇਮੀਗ੍ਰੇਸ਼ਨ ਨਾਲ ਜੁੜੀਆਂ ਹੋਈਆਂ ਨੇ ਉਹ ਤਮਾਮ ਆਉਂਦੀਆਂ ਨੇ, ਔਰ ਉਹਦੇ ਬਾਰੇ ਬਾਰ-ਬਾਰ ਜਾ ਕੇ ਕਲੀਅਰ ਕਰਦੇ ਨੇ ਕਮਲਾ ਹੈਰਿਸ ਲੋਕਾਂ ਦੇ ਵਿੱਚ। ਇਹ ਚੱਲ ਰਿਹਾ। ਔਰ ਦੂਸਰਾ, ਹਿਸਟਰੀ ਕਿਵੇਂ ਕ੍ਰੀਏਟ ਕਰਨਗੇ ਟਰੰਪ ਸੈਕਿੰਡ ਟਰਮ ਵਾਸਤੇ ਆ ਰਹੇ ਨੇ, ਯੈਸ। ਔਰ ਜਿੰਨਾ ਪੈਸਾ ਲਗਾਇਆ ਜਾ ਰਿਹਾ ਉਹਨਾਂ ਦੇ ਸਪੋਰਟਰਸ ਵੱਲੋਂ, ਬਿਗ ਬਿਜ਼ਨਸਮੈਨ ਐਲਨ ਮਸਕ ਔਰ ਉਹਨਾਂ ਦੇ ਹੋਰ ਸਾਥੀਆਂ ਵੱਲੋਂ, ਇੰਨਾ ਪੈਸਾ ਸ਼ਾਇਦ ਪਹਿਲਾਂ ਕਦੀ ਵੀ ਨਹੀਂ ਲੱਗਿਆ ਹੋਏਗਾ। ਸੈਕਿੰਡ ਟਰਮ
बड़ी इंपॉर्टेंट होने जा रही है डोनाल्ड ट्रंप की अगर वो जितते हैं। और नाल नैचुरली वो चलता पिया धमकियां का सिलसिला। ज्यों ज्यों इलैक्शनस नेड़े आंदियां जा रही ने, इलैक्शनस दियां स्पीचिस दे विच जो डोनाल्ड ट्रंप दे रहे हैं उन्हें विच डार्कनैस आ रही है, धमकियां जोरां शोरां नाल। खैर नहीं उन्होंने ਜਿਹੜੇ दुश्मन छुपे हुए ने देश के अंदर, यूनाइटेड स्टेट्स ऑफ अमेरिका के दुश्मन, खैर नहीं उन्होंने मैनू दूजी बार बन लैण दिओ। इत्थे ना एक्सपर्ट्स एक राय देंदे ने कि डोनाल्ड ट्रंप ये प्रेजिडेंट बनन दी रेस दे विच ने या अपने आप नू कोर्ट दे केसां तो बचाने दी रेस दे विच ने। अपनी फ्रीडम वास्ते लड़ते पे ने, अपने सर्वाइवल वास्ते लड़ते पे ने, या फिर इलैक्शन राष्ट्रपति बनने वास्ते लड़ते पे ने। ये भी एक डिबेट है। डोनाल्ड ट्रंप के उत्ते राष्ट्रपति बनने का जिहड़ा जनून है वो इन्ना सवार नहीं है जिन्ना अपने आप नू कोर्ट के केसां तो बचाउण दा, अपने आप नू सरवाइव करन दा, जेल जाण तो बच जाण, अपने आप नू फ्री रखण दा ये ज़्यादा जनून है। उन्हां दा परपस ये है, क्योंकि जे वो इलैक्शनस हार जाते हैं तो एक तो फाइनैंशियल लॉस, पॉलिटिकल लॉस, और दूसरा परपस का भी लॉस हो जाएगा। बहुत बड़ा कट है, परपस लॉस होना बहुत बड़ा कट है, क्योंकि परपस नू सामने रख के तो तुसी पैसा लाउंदे हो, सारे नैटवर्क का इस्तेमाल करते हो, ये सारी जिहड़ी कार्ड की अपनी बिल्डिंग है खड़ी करते हो ताश के पत्तियां वकण। जो ढह गई तो परपस लॉस हो जाएगा। और उस तो बाद जिवें वो कहते हैं कि मैं जे हार गया तो फिर इलैक्शनस नहीं लड़ांगा। हुण सवाल इत्थे ये है कि तुसी दोबारा इलैक्शनस लड़न दे काबिल रह जाओगे? जे तुसी हार जाते हो तो तुसी दोबारा इलैक्शनस लड़न दे काबिल रह जाओगे, क्योंकि तुहाडे अगेंस्ट जिहड़े केसिस ने कोर्ट दे विच उन्हां दे फैसले होने ने। और हो सकता है कि मौके का फायदा उठा के कुछ होर भी लोग अगे आन, वो भी केसिस करन। जिद्दां हुण पिछले दिनी एक 1990 की कोई मॉडल है, उन्होंने कहा कि मेरे नाल डोनाल्ड ट्रंप ने थोड़ा मिसबिहेव किया, मैनू गर्मजोशी नाल मिले ट्रंप टावर दे विच, मैं अपने एक मित्र नाल उन्हां नाल मिलन वास्ते गई तो मैनू गर्मजोशी नाल मिले, पर जिद्दां मैनू टच किया उन्होंने, मैं अनकंफर्टेबल हो गई। दैट इज़ नॉट एक्सैप्टेबल। उन्हें एक नवी गल आ गई, वो भी उदों जो इलैक्शनस नेड़े ने। सो ये कुछ भी हालात करवट लै सकते हैं, लोगों के मनां का कुछ नहीं पता। इस करके डाउट क्रिएट करने की कोशिश हो रही है कि जे मैं हार गया तो ये फ्रॉड है। ये डोनाल्ड ट्रंप, उन्होंने टीम, उन्होंने एलाइज जोड़े भाईवाल ने, वो डाउट क्रिएट करने की कोशिश करते पे ने। जो बाइडन कह ही चुके हैं फ्री एंड फेयर इलैक्शनस फॉर श्योर, पर उस तो बाद जे रिजल्ट तो बाद कुछ 2020 वाली घटना होंदी है तो गॉड सेव अमेरिका, क्योंकि बहुत ज़्यादा जरूरी है देखना आफ्टरमाथ कि रिजल्ट की होएगा, उस तो बाद की होएगा। कमला हैरिस डाउट क्रिएट करने की कोशिश कर रहे हैं कि डोनाल्ड ट्रंप इज़ नॉट फिट, वो बन नहीं सकते, काबिल नहीं है यूनाइटेड स्टेट्स ऑफ अमेरिका के प्रेजिडेंट बनने दे। जो क्वालिटीज़ चाहिए ने, फिजिकल मैंटल अलर्टनैस चाहिए, एजाइल चाहिए बंदा है, फुर्तीला। जिवें जो बाइडन की उम्र को लैके गल्लां होंदियां ने, उवें डोनाल्ड ट्रंप की उम्र को लैके भी गल्लां होंदियां ने कि जे वो बनते हैं सैकेंड टर्म के प्रेजिडेंट ऑफ अमेरिका तो हिस्टरी के इन्नी उम्र का प्रेजिडेंट कभी भी नहीं सी, ये पहली बार होएगा। ये भी एक हिस्टरी क्रिएट होने जा रही है जे वो बनते हैं तो। सो ये सारियां तमाम गल्लां ये किधर लैके जा रही ने। मैं एक गल की सी, हेट इन्नी ज़्यादा कदे नहीं फैलाई गई किसी भी इलैक्शन के विच, ये भी एक हिस्टरी है। और इस करके ये इलैक्शनस हिस्टोरिकल ने। हुण मेन गल इत्थे ये आउंदी है कि जिहड़े अमेरिकनस ने वो इन्हां सारियां खबरां नूं, इस सारी इनफॉर्मेशन नूं किद्दां कंज्यूम कर रहे हैं, अपने अंदर किद्दां लै रहे हैं, उन्हां दा की असर अपने अंदर लै रहे हैं। इत्थे ये पॉइंट आउंदा, हेट नूं किद्दां अपने अंदर लै रहे हैं, या फिर फिल्टर कर देंदे ने बई नहीं सानू पता है ये पॉलिटिशियंस का काम है, ये राजनीति का काम है हेट फैलाना, लोगों को आपस में तोड़ना, पर असी अमेरिका का सोशल फैब्रिक नहीं टुटन देवांगे, क्योंकि अमेरिकनस जिम्मेवार ने, दे वास्ते पूरे नागरिक जिम्मेवार ने। इस करके असी इन्हां इनफॉर्मेशनस नूं, इन्हां न्यूज़ नूं अपने उत्ते असर नहीं लैन देवांगे। असी सिर्फ ये देखांगे कि की हो रहा है, बाकी असर असी अपना लवांगे अपने उत्ते, अपने विचारां दा। हर चीज़ फिल्टर कर देंगे,
ਪੋਇਜ਼ਨ ਬਾਹਰ ਰਹੇਗੀ, ਹੇਟ ਬਾਹਰ ਰਹੇਗੀ, ਅਸੀਂ ਸੋਸ਼ਲ ਫੈਬਰਿਕ ਨੂੰ ਸੰਭਾਲ ਕੇ ਰੱਖਣਾ। ਇਹ ਹੁਣ ਅਮਰੀਕਨਸ ਦੀ ਸਿਆਣਪ ਹੈ, ਉਹਨਾਂ ਦੀ ਵਿਜ਼ਡਮ ਹੈ। 2024 ਦੀਆਂ ਇਲੈਕਸ਼ਨਸ ਦੇ ਬਾਰੇ ਜਿਹੜੀ ਵੀ ਨਿਊਜ਼ ਹੈ, ਜਿਹੜੀ ਵੀ ਇਨਫੋਰਮੇਸ਼ਨ ਹੈ, ਜਿਹੜੀ ਵੀ ਓਪੀਨੀਅਨ ਹੈ, ਵਾਟਐਵਰ, ਜੋ ਕੁਝ ਵੀ ਅਮਰੀਕਨਸ ਦੇ ਦਿਮਾਗ ਦੇ ਅੰਦਰ, ਮਨ ਦੇ ਅੰਦਰ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਸ ਨੂੰ ਕਿੱਦਾਂ ਲੈਂਦੇ ਨੇ, ਉਸ ਹੇਟ ਤੋਂ, ਉਸ ਪੋਇਜ਼ਨ ਤੋਂ ਕਿੱਦਾਂ ਆਪਣੇ ਆਪ ਨੂੰ ਬਚਾਉਂਦੇ ਨੇ, ਇਹ ਅਮਰੀਕਨਸ ਦੀ ਆਪਣੀ ਵਿਜ਼ਡਮ ਹੈ। ਕਿਉਂਕਿ ਬਚਾ ਕੇ ਰੱਖਣਗੇ, ਆਪਣੇ ਆਪ ਨੂੰ ਅੰਦਰੋਂ ਸਵੱਛ, ਪਵਿੱਤਰ, ਪਿਓਰ ਰੱਖਣਗੇ, ਤਾਂ ਹੀ ਇੱਕ ਬੈਟਰ ਫਿਊਚਰ ਅਮਰੀਕਾ ਦਾ ਬਣ ਸਕਦਾ ਹੈ। ਇਹ ਐਕਸਪਰਟਸ ਦੀ ਰਾਏ ਆ। ਇਸ ਕਰਕੇ ਜੋ ਮਾਈਂਡ ਦੇ ਵਿੱਚ ਇਕੋਨਮੀ ਹੈ, ਜੋ ਮਾਈਂਡ ਦੇ ਵਿੱਚ ਇਮੀਗ੍ਰੇਸ਼ਨ ਹੈ, ਜੋ ਮਾਈਂਡ ਦੇ ਵਿੱਚ ਹੋਰ ਸਾਰੇ ਤਮਾਮ ਮੁੱਦੇ ਨੇ, ਉਹਨਾਂ ਦੇ ਨਾਲ ਨਾਲ ਜਿਹੜੀ ਮਿਸ ਇਨਫੋਰਮੇਸ਼ਨ ਆ ਰਹੀ ਹੈ, ਗਲਤ ਜਾਣਕਾਰੀ ਆ ਰਹੀ ਹੈ, ਉਹਨਾਂ ਨੂੰ ਹਟਾ ਕੇ, ਗਲਤ ਜਾਣਕਾਰੀ ਨੂੰ ਇੱਕ ਪਾਸੇ ਕਰਕੇ ਸਿਰਫ ਪਿਓਰ ਚੀਜ਼ ਲੈਣੀ ਹੈ, ਪਿਓਰ ਨਿਊਜ਼, ਪਿਓਰ ਇਨਫੋਰਮੇਸ਼ਨ, ਪਿਓਰ ਓਪੀਨੀਅਨ, ਹਰ ਚੀਜ਼ ਪਿਓਰ, ਤਾਂ ਜਾ ਕੇ ਤੁਸੀਂ ਇੱਕ ਪਿਓਰਿਟੀ ਵਾਲੀ ਸੋਚ ਬਣਾ ਸਕਦੇ ਹੋ ਔਰ ਅਮਰੀਕਾ ਦੇ ਬੈਟਰ ਫਿਊਚਰ ਵਾਸਤੇ ਕੰਮ ਕਰ ਸਕਦੇ ਹੋ। ਕਿਉਂਕਿ ਤੁਸੀਂ ਫਿਰ ਸਹੀ ਕੈਂਡੀਡੇਟ ਨੂੰ ਵੋਟ ਦਿਓਗੇ। ਦੈਟ ਇਜ਼ ਯੋਰ ਰਿਸਪੌਂਸਿਬਿਲਿਟੀ। ਐਕਟਿਵ ਸਿਟੀਜ਼ਨ ਹੋਣਾ ਡੈਮੋਕ੍ਰੇਸੀ ਦੀ ਪਹਿਲੀ ਸ਼ਰਤ ਹੈ। ਸਿਟੀਜ਼ਨਸ ਦਾ ਐਜੂਕੇਟਿਡ ਹੋਣਾ ਪਹਿਲੀ ਸ਼ਰਤ ਹੈ। ਐਜੂਕੇਸ਼ਨ ਪਹਿਲੀ ਸ਼ਰਤ ਹੈ। ਔਰ ਉਸ ਬੇਸ ਦੇ ਉੱਤੇ ਹੀ ਤੁਸੀਂ ਸਹੀ ਸੋਚ ਦੇ ਨਾਲ ਸਹੀ ਕੈਂਡੀਡੇਟ ਨੂੰ ਚੁਣਦੇ ਹੋ, ਜੋ ਤੁਸੀਂ ਸਮਝਦੇ ਹੋ ਤੁਹਾਡੇ ਫਿਊਚਰ ਵਾਸਤੇ ਇੱਕ ਬੈਟਰ ਆਪਸ਼ਨ ਹੈ। ਔਰ ਉਸੇ ਐਜੂਕੇਸ਼ਨ ਸਿਸਟਮ ਨੂੰ ਡੋਨਲਡ ਟਰੰਪ ਓਵਰਹੌਲ ਕਰਨਾ ਚਾਹੁੰਦੇ ਨੇ। ਕਿਸ ਤਰ੍ਹਾਂ, ਇਹ ਤਾਂ ਉਹੀ ਜਾਣਦੇ ਨੇ। ਉਹਨਾਂ ਦੀ ਪਲੇਬੁੱਕ ਹੈ, ਉਹ ਉਦੋਂ ਖੋਲ ਸਕਦੇ ਨੇ ਜਦੋਂ ਉਹ ਸੈਕਿੰਡ ਟਰਮ ਜੇ ਬਣ ਜਾਂਦੇ ਨੇ। ਤਾਂ ਫਿਲਹਾਲ ਉਹਨਾਂ ਵੱਲੋਂ ਕੋਈ ਇੱਦਾਂ ਦਾ ਸਿਗਨਲ ਨਹੀਂ ਕਿ ਐਜੂਕੇਸ਼ਨ ਸਿਸਟਮ ਦੀ ਓਵਰਹੌਲਿੰਗ ਕਿੱਦਾਂ ਕਰਨੀ ਹੈ, ਕਿਉਂਕਿ ਐਜੂਕੇਸ਼ਨ ਇਜ਼ ਦਾ ਬੇਸ। ਇੱਥੇ ਆਪਾਂ ਕੋਟ ਕਰਾਂਗੇ ਹਿਟਲਰ ਨੇ ਕਿਹਾ ਸੀ ਕਿ ਐਜੂਕੇਸ਼ਨ ਸਿਸਟਮ ਮੇਰੇ ਹੱਥ ਦੇ ਦਿਓ। ਕਿਤਾਬਾਂ ਦਾ ਛਪਣਾ, ਕਿਤਾਬਾਂ ਦਾ ਸਿਲੇਬਸ, ਕਿਤਾਬਾਂ ਦਾ ਕੰਟੈਂਟ, ਕਿਤਾਬਾਂ ਦੇ ਵਿੱਚ ਕੀ ਪੜ੍ਹਾਉਣਾ ਕੀ ਨਹੀਂ ਪੜ੍ਹਾਉਣਾ, ਇਹ ਸਭ ਮੇਰੇ ਹੱਥ ਦੇ ਦਿਓ। ਐਜੂਕੇਸ਼ਨ ਸਿਸਟਮ ਨੂੰ ਡਿਜ਼ਾਈਨ ਕਿਵੇਂ ਕਰਨਾ, ਇਹ ਮੇਰੇ ਹੱਥ ਦੇ ਦਿਓ, ਹਿਟਲਰ ਨੇ ਕਿਹਾ। ਤਾਂ ਮੈਂ ਤੁਹਾਨੂੰ ਪੂਰੇ ਜਰਮਨ ਨੂੰ ਕੰਟਰੋਲ ਕਰਕੇ ਦਿਖਾ ਦੇਵਾਂਗਾ। ਮਤਲਬ ਉਹਦਾ ਇਹ ਹੈ ਕਿ ਮੈਂ ਆਪਣੀ ਮਰਜ਼ੀ ਦੇ ਨਾਲ ਸਾਰਾ ਐਜੂਕੇਸ਼ਨ ਸਿਸਟਮ ਡਿਜ਼ਾਈਨ ਕਰਾਂਗਾ, ਸਿਲੇਬਸ ਡਿਜ਼ਾਈਨ ਕਰਾਂਗਾ, ਚੈਪਟਰਸ ਡਿਜ਼ਾਈਨ ਕਰਾਂਗਾ, ਪੜ੍ਹਾਈ ਲਿਖਾਈ, ਕੰਟੈਂਟ ਸਭ ਆਪਣੀ ਮਰਜ਼ੀ ਨਾਲ ਡਿਸਾਈਡ ਕਰਾਂਗਾ, ਤਾਂ ਕਿ ਮੈਂ ਆਪਣੀ ਮਰਜ਼ੀ ਨਾਲ ਜਰਮਨ ਨੂੰ ਕੰਟਰੋਲ ਕਰ ਸਕਾਂ। ਕਿਉਂਕਿ ਮੈਂ ਲੋਕਾਂ ਦੇ ਮਨਾਂ ਦੇ ਵਿੱਚ, ਬੱਚਿਆਂ ਦੇ ਦਿਮਾਗਾਂ ਦੇ ਵਿੱਚ ਉਹ ਚੀਜ਼ ਹੀ ਪਾਊਂਗਾ ਜਿਹੜੀ ਮੈਨੂੰ ਸੂਟ ਕਰਦੀ ਹੈ, ਜਿਹਦੇ ਨਾਲ ਮੈਂ ਰਾਜ ਕਰ ਸਕਾਂ ਜਰਮਨ ਦੇ ਉੱਤੇ। ਔਰ ਡੋਨਲਡ ਟਰੰਪ ਦੇ ਉੱਤੇ ਕਈ ਵਾਰੀ ਗੱਲ ਆਉਂਦੀ ਹੈ ਕਿ ਇਹ ਡਿਕਟੇਟਰ ਬਣਨਾ ਚਾਹੁੰਦੇ ਨੇ, ਫਾਸਿਸਟ ਨੇ, ਤਕਰੀਬਨ ਇਹ ਗੱਲਾਂ ਆਉਂਦੀਆਂ ਨੇ। ਔਰ ਦੁਨੀਆ ਦੇ ਬਾਕੀ ਮੁਲਕ ਵੀ ਕਿਤੇ ਨਾ ਕਿਤੇ ਇਸ ਗੱਲ ਵੱਲ ਸੰਕੇਤ ਕਰਦੇ ਨੇ ਕਿ ਅਮਰੀਕਾ ਦੀ ਡੈਮੋਕ੍ਰੇਸੀ ਦਾ ਹਾਲ ਕੀ ਹੈ। ਇਹ ਗੱਲਾਂ ਕਾਫੀ ਸੀਰੀਅਸ ਨੇ ਔਰ ਸੀਰੀਅਸ ਹੁੰਦੀਆਂ ਜਾ ਰਹੀਆਂ ਨੇ ਜਿਉਂ-ਜਿਉਂ ਇਲੈਕਸ਼ਨਸ ਦੇ ਦਿਨ ਨਜ਼ਦੀਕ ਆ ਰਹੇ ਨੇ। ਦੈਟ ਇਜ਼ ਵਾਈ ਐਕਸਪਰਟਸ ਕਹਿੰਦੇ ਨੇ ਕਿ ਇਹ ਇੱਕ ਹਿਸਟੋਰੀਕਲ ਮੂਵਮੈਂਟ ਹੋ ਰਹੀ ਹੈ, ਹਿਸਟੋਰੀਕਲ ਮੋਮੈਂਟ ਆਉਣ ਵਾਲਾ ਹੈ। ਔਰ ਦੁਨੀਆ ਦੀ ਪਾਵਰ ਸ਼ਿਫਟ ਕਿੱਦਾਂ ਹੋਏਗੀ, ਇਹ ਟਾਈਮ ਦੱਸੇਗਾ। ਔਰ ਇਨ ਦ ਮੀਨ ਵਾਈਲ ਵਾਰਸ ਚੱਲ ਰਹੀਆਂ ਨੇ, ਵਾਰਸ ਦਾ ਆਪਣਾ ਮਾਹੌਲ ਬਣਿਆ ਹੋਇਆ ਹੈ। ਔਰ ਮਿਸ਼ੇਲ ਓਬਾਮਾ ਮਿਸ਼ੀਗਨ ਦੇ ਵਿੱਚ ਕਮਲਾ ਹੈਰਿਸ ਨੂੰ ਸਪੋਰਟ ਕਰ ਰਹੇ ਨੇ। ਔਰ ਸੇਮ ਪਲੇਸ ਦੇ ਉੱਤੇ ਟਰੰਪ ਮੁਸਲਿਮ ਵੋਟਰਸ ਨੂੰ ਆਪਣੇ ਵੱਲ ਅਟਰੈਕਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਵਾਰਸ ਦਾ ਜ਼ਿਕਰ ਆਪਾਂ ਤਾਂ ਕਰ ਰਹੇ ਹਾਂ ਕਿਉਂਕਿ ਇਜ਼ਰਾਈਲ ਦੀ ਵਾਰ ਕਰਕੇ ਅਰਬ ਮੁਸਲਿਮਸ ਜਿਹੜੇ ਅਮਰੀਕਾ ਦੇ ਵਿੱਚ ਰਹਿੰਦੇ ਨੇ, ਸਿਟੀਜ਼ਨਸ ਨੇ, ਉਹਨਾਂ ਦੀਆਂ ਵੋਟਸ ਕਿੱਧਰ ਜਾਣਗੀਆਂ ਇਹ ਸ਼ੋਰ ਨਹੀਂ ਹੈ, ਅਨਡਿਸਾਈਡਡ ਲੱਗ ਰਿਹਾ। ਕਿਉਂਕਿ ਕਮਲਾ ਹੈਰਿਸ ਨੂੰ ਅਰਬ ਮੁਸਲਿਮ ਸਪੋਰਟ ਕਰਨ, ਇਹ ਲੱਗਦਾ ਨਹੀਂ, ਕਿਉਂਕਿ ਇਜ਼ਰਾਈਲ ਨੂੰ ਸਪੋਰਟ ਕਰ ਰਿਹਾ ਹੈ ਅਮਰੀਕਾ। ਔਰ ਇਸ ਵਕਤ ਜੋ ਬਾਈਡਨ ਦੀ ਐਡਮਿਨਿਸਟ੍ਰੇਸ਼ਨ ਹੈ, ਜੋ ਬਾਈਡਨ ਪ੍ਰੈਜ਼ੀਡੈਂਟ ਨੇ ਔਰ ਕਮਲਾ ਹੈਰਿਸ ਉਹਨਾਂ ਦੇ ਵਾਰਿਸ ਨੇ। ਇਸ ਕਰਕੇ ਡੈਮੋਕ੍ਰੇਟਸ ਦੀ ਜਿਹੜੀ ਪਾਲਿਸੀ ਇਜ਼ਰਾਈਲ ਨੂੰ ਸਪੋਰਟ ਕਰਨ ਦੀ ਹੈ, ਉਹ ਇਹਨਾਂ ਅਰਬ ਅਮਰੀਕਨਸ ਨੂੰ ਸੂਟ ਨਹੀਂ ਕਰ ਰਹੀ ਜਿਹੜੇ ਅਰਬ ਮੁਸਲਿਮ ਅਮਰੀਕਾ ਦੇ ਵਿੱਚ ਸੈਟਲ ਨੇ। ਦੈਟ ਇਜ਼ ਵਾਈ ਡੋਨਲਡ ਟਰੰਪ ਉਹਨਾਂ ਨੂੰ ਟਾਰਗੇਟ ਕਰ ਰਹੇ ਨੇ, ਉਹਨਾਂ ਨੂੰ ਆਪਣੇ ਵੱਲ ਲਿਆਉਣ ਦੀ ਕੋਸ਼ਿਸ਼ ਕਰ ਰਹੇ ਨੇ। ਔਰ ਇੱਥੇ ਬਰੈਕ ਓਬਾਮਾ ਦੇ ਵਾਈਫ ਮਿਸ਼ੇਲ ਓਬਾਮਾ ਆ ਕੇ ਸਪੋਰਟ ਕਰ ਰਹੇ ਨੇ ਕਮਲਾ ਹੈਰਿਸ ਨੂੰ ਮਿਸ਼ੀਗਨ ਦੇ ਵਿੱਚ। ਹੁਣ ਇਹ ਵੋਟਾਂ ਬਚਾਉਣਗੇ, ਆਪਣੇ ਵੱਲ ਲਿਆਉਣਗੇ, ਇਹ ਸਮਾਂ ਦੱਸੇਗਾ। ਕਿਉਂਕਿ ਇਜ਼ਰਾਈਲ ਦਾ ਯੁੱਧ ਬਹੁਤ ਤਗੜਾ ਅਸਰ ਪਾਉਣ ਵਾਲਾ ਹੈ US ਦੀਆਂ ਇਲੈਕਸ਼ਨਸ ਦੇ ਰਿਜ਼ਲਟਸ ਦੇ ਉੱਤੇ। ਔਰ ਇਸ ਗੱਲ ਨੂੰ ਐਡਮਿਟ ਕਰ ਵੀ ਚੁੱਕੇ ਨੇ ਜੋ ਬਾਈਡਨ। ਇਸ ਗੱਲ ਨੂੰ ਉਹਨਾਂ ਨੇ ਕੁਝ ਦਿਨ ਪਹਿਲਾਂ ਐਡਮਿਟ ਕੀਤਾ ਹੈ ਕਿ ਮੇਰੀ ਗੱਲ ਨੇਤਨਯਾਹੂ ਦ ਪ੍ਰਾਈਮ ਮਿਨਿਸਟਰ ਆਫ ਇਜ਼ਰਾਈਲ ਨਹੀਂ ਸੁਣਦੇ ਸੀਜ਼ ਫਾਇਰ ਵਾਸਤੇ। ਤਾਂ ਕਿਤੇ ਨਾ ਕਿਤੇ ਉਹ
ਮੇਰੀਆਂ ਇਲੈਕਸ਼ਨਸ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਡੈਮੋਕ੍ਰੇਟਸ ਦੀ ਪਰਫਾਰਮੈਂਸ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਜਦੋਂ ਇਜ਼ਰਾਈਲ ਨੇ ਰੀਸੈਂਟਲੀ ਈਰਾਨ ਦੇ ਉੱਤੇ ਹਮਲਾ ਕਰ ਦਿੱਤਾ ਹੈ ਤਾਂ ਉਸ ਤੋਂ ਬਾਅਦ ਵੀ ਕਿਹਾ ਹੈ ਜੋ ਬਾਈਡਨ ਨੇ ਕਿ ਬਈ ਤੁਸੀਂ ਵੀ ਹਮਲਾ ਕਰ ਲਿਆ, ਉਹਨਾਂ ਨੇ ਵੀ ਹਮਲਾ ਕਰ ਲਿਆ, ਹਿਸਾਬ ਬਰਾਬਰ, ਹੁਣ ਬਸ ਕਰੋ। ਇੱਥੋਂ ਤੱਕ ਗੱਲ ਹੋਈ ਹੈ। ਸੋ ਹਜੇ ਉਹਦਾ ਕੋਈ ਵੀ ਰਿਜ਼ਲਟ ਸਾਹਮਣੇ ਨਹੀਂ ਆ ਰਿਹਾ। ਤੋ ਇਸ ਕਰਕੇ ਜਿਹੜੇ ਅਰਬ ਮੁਸਲਿਮ ਅਮਰੀਕਾ 'ਚ ਰਹਿੰਦੇ ਨੇ ਉਹਨਾਂ ਦੀਆਂ ਵੋਟਸ ਕਿੱਧਰ ਜਾਣਗੀਆਂ, ਅਨਡਿਸਾਈਡਡ ਹੈ। ਐਂਡ ਤਿੰਨ ਚੀਜ਼ਾਂ ਜੋ ਆਪਾਂ ਦੇਖਦੇ ਹਾਂ ਟਰੰਪ ਵੱਲੋਂ ਆ ਰਹੀਆਂ ਨੇ। ਇੱਕ ਤਾਂ ਹੈ ਕਿ ਉਹ ਟੈਰਿਫਸ ਨੂੰ ਕਿੱਦਾਂ ਡਿਫੈਂਸ ਕਰਦੇ ਨੇ। ਜਿਹੜੇ ਟੈਰਿਫਸ ਮਤਲਬ ਆਪਾਂ ਬਾਹਰਲੇ ਮੁਲਕਾਂ ਤੋਂ ਚੀਜ਼ਾਂ ਮੰਗਵਾਉਂਦੇ ਆ ਜਾਂ ਭੇਜਦੇ ਆ, ਉਹਦੇ ਉੱਤੇ ਜਿਹੜੀ ਟੈਕਸ ਡਿਊਟੀ ਲੱਗਦੀ ਹੈ, ਟੈਰਿਫਸ, ਉਹਨੂੰ ਕਿੱਦਾਂ ਮੈਨੇਜ ਕਰਦੇ ਨੇ। ਉੱਥੇ ਇੱਕ ਉਹ ਗੱਲ ਕਹਿੰਦੇ ਨੇ ਕਿ ਜਿਹੜੀ ਵੀ ਕੰਟਰੀ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਡਾਲਰ ਦੇ ਵਿੱਚ ਨਹੀਂ ਡੀਲ ਕਰੇਗੀ, ਉਹਨਾਂ ਦੇ ਉੱਤੇ 100% ਮੈਂ ਟੈਰਿਫਸ ਲਗਾਉਣੇ ਨੇ, ਕਿਉਂਕਿ ਡਾਲਰ ਨੂੰ ਸੰਭਾਲਣਾ ਵੀ ਇਸ ਵਕਤ ਬਹੁਤ ਜ਼ਰੂਰੀ ਹੋ ਚੁੱਕਾ ਹੈ ਡਾਲਰ ਦੀ ਸਿਹਤ ਵਾਸਤੇ। ਬ੍ਰਿਕਸ ਕੰਟਰੀਜ਼ ਡਾਲਰ ਤੋਂ ਛੁਟਕਾਰਾ ਚਾਹੁੰਦੀਆਂ ਨੇ, ਹੋਰ ਪਤਾ ਨਹੀਂ ਕਿਹੜੀਆਂ ਕੰਟਰੀਜ਼ ਨੇ ਜੋ ਡਾਲਰ ਤੋਂ ਛੁਟਕਾਰਾ ਚਾਹੁੰਦੀਆਂ ਨੇ। ਹਾਲਾਂਕਿ ਇਹ ਗੱਲ ਬਾਰ-ਬਾਰ ਕਹੀ ਜਾਂਦੀ ਹੈ ਕਿ ਡਾਲਰ ਪੂਰੀ ਵਰਲਡ ਮਾਰਕੀਟ ਨੂੰ ਬੈਲੈਂਸ ਵਿੱਚ ਰੱਖਦਾ ਹੈ, ਇਹ ਇੱਕ ਹੈਲਦੀ ਕਰੰਸੀ ਹੈ, ਬਟ ਫਿਰ ਵੀ ਇਹ ਹੁਣ ਡਿਬੇਟ ਹੈ। ਬ੍ਰਿਕਸ ਦੇ ਵਿੱਚ ਆਉਂਦਾ ਹੈ ਬ੍ਰਾਜ਼ੀਲ, ਰਸ਼ੀਆ, ਇੰਡੀਆ, ਚਾਈਨਾ, ਸਾਊਥ ਅਫਰੀਕਾ। ਇਹ ਖਾਸ ਤੌਰ ਤੇ 5 ਕੰਟਰੀਜ਼ ਨੇ ਔਰ ਕਿਤੇ ਨਾ ਕਿਤੇ ਆਪਸ ਦੇ ਵਿੱਚ ਜਿਹੜੀ ਟ੍ਰੇਡ ਹੁੰਦੀ ਹੈ ਡਾਲਰਸ ਤੋਂ ਬਿਨਾਂ ਕਰਦੇ ਨੇ, ਆਪਣੀ ਆਪਣੀ ਕਰੰਸੀ ਦੇ ਵਿੱਚ ਕਰਦੇ ਨੇ। ਇਹ ਗੱਲਾਂ ਇਸ ਵਕਤ ਇੰਟਰਨੈਸ਼ਨਲ ਡਿਬੇਟ ਦੇ ਵਿੱਚ ਨੇ ਕਿ ਜੋ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਹੈ WTO, ਉਹ ਕਿੱਥੇ ਸਟੈਂਡ ਕਰੇਗੀ ਇਸ ਵਕਤ ਡਾਲਰ ਦੀ ਗੱਲ ਨੂੰ ਲੈ ਕੇ। ਟੈਰਿਫਸ, ਔਰ ਟੈਰਿਫਸ ਦਾ ਇਹ ਹੁੰਦਾ ਕਿ ਅਸੀਂ ਬਾਹਰੋਂ ਕਿਹੜੀ ਚੀਜ਼ ਮੰਗਵਾਉਣੀ ਹੈ, ਬਾਹਰ ਕਿਹੜੀ ਚੀਜ਼ ਭੇਜਣੀ ਹੈ, ਉਹਦੇ ਉੱਤੇ ਇੱਕ ਲਿਮਿਟੇਸ਼ਨ, ਇੱਕ ਪਾਬੰਦੀ। ਕਿਉਂ? ਕਿਉਂਕਿ ਅਮਰੀਕਾ ਦੀ ਆਪਣੀ ਇੰਡਸਟਰੀ ਜਿਉਂਦੀ ਰਵੇ, ਅਮਰੀਕਾ ਦੇ ਆਪਣੇ ਲੋਕਾਂ ਕੋਲ ਜੌਬਸ ਰਹਿਣ। ਜੇ ਅਸੀਂ ਸਭ ਕੁਝ ਬਾਹਰੋਂ ਮੰਗਵਾਉਣਾ ਸ਼ੁਰੂ ਕਰ ਦਿੱਤਾ, ਫਿਰ ਤੇ ਬਾਹਰ ਦੀਆਂ ਕੰਪਨੀਆਂ ਨੂੰ ਕੰਮ ਮਿਲਿਆ ਨਾ, ਉਹ ਕੰਮ ਕਰਦੇ ਪਏ ਨੇ, ਉੱਥੋਂ ਦੇ ਲੋਕ ਕੰਮ ਕਰਦੇ ਪਏ ਨੇ। ਸਾਡੀਆਂ ਕੰਪਨੀਆਂ ਤੇ ਬੰਦ ਹੀ ਹੋ ਗਈਆਂ, ਸਾਡੇ ਬੰਦੇ ਵੀ ਜੌਬਲੈਸ ਹੋ ਗਏ ਕਿਉਂਕਿ ਅਸੀਂ ਆਪਣੀ ਕੋਈ ਪ੍ਰੋਡਕਸ਼ਨ ਹੀ ਨਹੀਂ ਕਰਦੇ ਪਏ। ਅਸੀਂ ਆਪਣੀ ਪ੍ਰੋਡਕਸ਼ਨ ਉਸ ਤਰ੍ਹਾਂ ਰੱਖਣੀ ਆ ਕਿ ਸਾਡੀਆਂ ਇੰਡਸਟਰੀਜ਼ ਅੱਗੇ ਵਧਣ, ਸਾਡੇ ਲੋਕਾਂ ਨੂੰ ਜੌਬਸ ਮਿਲਣ, ਔਰ ਬਾਹਰੋਂ ਜਿਹੜੀਆਂ ਚੀਜ਼ਾਂ ਮੰਗਵਾਉਣੀਆਂ ਨੇ ਜ਼ਰੂਰੀ ਨੇ ਉਹ ਮੰਗਵਾਉਣੀਆਂ ਨੇ। ਇੱਕ ਬੈਲੈਂਸ ਚਾਹੀਦਾ, ਔਰ ਇਸੇ ਨੂੰ ਕਮਲਾ ਹੈਰਿਸ ਓਪਰਚੁਨਿਟੀ ਇਕੋਨਮੀ ਕਹਿੰਦੇ ਨੇ ਕਿ ਮੈਂ ਐਂਟਰਪ੍ਰੈਨਿਓਰਸ ਪੈਦਾ ਕਰਨੇ ਨੇ, ਉਹਨਾਂ ਦੇ ਵਾਸਤੇ ਮੈਂ ਪੈਸੇ ਵੀ ਦੇਵਾਂਗੀ। ਮੈਂ ਬਣਦੀ ਹਾਂ ਜਦੋਂ ਪ੍ਰੈਜ਼ੀਡੈਂਟ ਆਫ ਅਮਰੀਕਾ, ਉਹ ਪੈਸੇ ਜੋ ਵਾਪਸ ਨਹੀਂ ਕਰ ਸਕਦੇ ਤਾਂ ਕੋਈ ਗੱਲ ਨਹੀਂ। ਬਲੈਕ ਮੈਨ ਵੋਟਰਸ ਵਾਸਤੇ ਇਹ ਪਾਲਿਸੀ ਉਹ ਅਨਾਉਂਸ ਕਰਦੇ ਨੇ। ਸੋ ਦੈਟ ਇਜ਼ ਟੈਰਿਫ। ਔਰ ਦੂਸਰਾ ਡੋਨਲਡ ਟਰੰਪ ਵੱਲੋਂ ਆ ਰਿਹਾ ਫੈਡਰਲ ਰਿਜ਼ਰਵ। ਫੈਡਰਲ ਰਿਜ਼ਰਵਸ ਦੀ ਆਡਿਟ ਹੋਣੀ ਚਾਹੀਦੀ ਹੈ ਤਾਂ ਕਿ ਜਿਹੜਾ ਮਨੀ ਵੇਸਟ ਹੁੰਦਾ ਟ੍ਰਿਲੀਅਨਸ ਆਫ ਡਾਲਰਸ, ਉਸ ਦੇ ਉੱਤੇ ਪਾਬੰਦੀ ਲਗਾਈ ਜਾ ਸਕੇ। ਔਰ ਇਸ ਦਾ ਉਹਨਾਂ ਨੂੰ ਆਈਡੀਆ ਦਿੱਤਾ ਐਲਨ ਮਸਕ ਨੇ। ਔਰ ਇੱਥੇ ਤਾਂ ਗੱਲ ਹੁੰਦੀ ਹੈ ਕਿ ਜੇ ਇਹ ਆਡਿਟ ਹੁੰਦੀ ਆ ਤਾਂ ਡੋਨਲਡ ਟਰੰਪ ਕਹਿੰਦੇ ਨੇ ਇੱਕ ਕਮਿਸ਼ਨ ਬਣਾਇਆ ਜਾਏਗਾ ਜਿਹਦੇ ਹੈੱਡ ਹੋਣਗੇ ਐਲਨ ਮਸਕ। ਉਹਨਾਂ ਦੀ ਨਿਗਰਾਨੀ ਦੇ ਵਿੱਚ ਫੈਡਰਲ ਰਿਜ਼ਰਵ ਦੀ ਆਡਿਟ ਹੋਏਗੀ। ਇਹ ਸੈਕੰਡ ਪੁਆਇੰਟ। ਔਰ ਥਰਡ ਆਫ ਕੋਰਸ ਇਮੀਗ੍ਰੇਸ਼ਨ। ਇਮੀਗ੍ਰੇਸ਼ਨ ਤੇ ਉਹਨਾਂ ਦਾ ਸਟਾਰ ਟੌਪਿਕ ਹੈ ਜਿਹਦੇ ਉੱਤੇ ਉਹਨਾਂ ਦਾ ਸਾਰਾ ਵੋਟ ਬੈਂਕ ਖੜਾ। ਸੋ ਇਹ ਤਿੰਨ ਚੀਜ਼ਾਂ ਉਹਨਾਂ ਵੱਲੋਂ ਆ ਰਹੀਆਂ ਨੇ। ਔਰ ਇੱਥੇ ਆਪਾਂ ਐਲਨ ਮਸਕ ਦੀ ਗੱਲ ਕਰਦੇ ਹਾਂ, ਰਿਪੋਰਟਸ ਇਹ ਵੀ ਨੇ, ਖਾਸ ਕਰਕੇ ਦ ਵਾਸ਼ਿੰਗਟਨ ਪੋਸਟ ਦੇ ਵਿੱਚ ਇੱਕ ਰਿਪੋਰਟ ਹੈ ਜਿਹਦੇ ਵਿੱਚ 1995 ਦੀ ਇੱਕ ਗੱਲ ਕੀਤੀ ਜਾ ਰਹੀ ਆ ਕਿ ਐਲਨ ਮਸਕ ਨੇ ਇਲੀਗਲ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਕੰਮ ਕੀਤਾ। ਸਾਊਥ ਅਫਰੀਕਾ ਦੀ ਪੈਦਾਇਸ਼, ਮੈਕਸੀਕੋ ਤੋਂ ਆਏ ਉਸ ਬਾਰਡਰ ਨੂੰ ਕ੍ਰਾਸ ਕਰਕੇ। ਔਰ ਇਸ ਵਕਤ ਐਲਨ ਮਸਕ ਇੱਕ ਦੁਨੀਆ ਦੇ ਸਭ ਤੋਂ ਅਮੀਰ ਆਦਮੀ ਨੇ, ਇਮੀਗ੍ਰੈਂਟ ਨੇ ਅਮਰੀਕਾ ਦੀ ਧਰਤੀ ਦੇ ਉੱਤੇ, ਔਰ ਡੋਨਲਡ ਟਰੰਪ ਨੂੰ ਸਪੋਰਟ ਕਰ ਰਹੇ ਨੇ। ਔਰ ਉਹਨਾਂ ਦਾ ਵਿਸ਼ਾ ਵੀ ਸਟਾਰ ਟੌਪਿਕ ਇਮੀਗ੍ਰੇਸ਼ਨ ਹੈ। ਤਾਂ ਇਹਨਾਂ ਨੇ ਵੀ ਸ਼ੁਰੂਆਤੀ ਦੌਰ ਦੇ ਵਿੱਚ ਐਲਨ ਮਸਕ ਨੇ ਕੁਝ ਇਲੀਗਲੀ ਕੰਮ ਕੀਤੇ, ਇਹ ਵੀ ਰਿਪੋਰਟਸ ਨੇ। ਦੇਖੋ, ਇੱਕ ਸਿੱਧੀ ਸਾਦੀ ਗੱਲ ਇਹ ਹੈ ਕਿ ਸਰਵਾਈਵਲ ਵਾਸਤੇ ਹਰ ਇੱਕ ਬੰਦੇ ਨੂੰ ਕੁਝ ਨਾ ਕੁਝ ਕਰਨਾ ਪੈਂਦਾ। ਕੁਝ ਇਲੀਗਲ ਹੁੰਦਾ, ਕੁਝ ਇਲੀਗਲ ਹੁੰਦਾ, ਕਿਉਂਕਿ ਉਹਨੇ ਬਚਣਾ ਹੁੰਦਾ, ਸਰਵਾਈਵ ਕਰਨਾ ਹੁੰਦਾ। ਔਰ ਨਵਾਂ ਬੰਦਾ ਆਇਆ ਅਮਰੀਕਾ ਦੀ ਧਰਤੀ ਦੇ ਉੱਤੇ, ਇੱਥੇ ਇੱਕ ਡ੍ਰੀਮ ਲੈ ਕੇ ਆਇਆ। ਅਮਰੀਕਾ ਇਜ਼ ਅ ਲੈਂਡ ਆਫ ਓਪਰਚੁਨਿਟੀ ਇਕੋਨਮੀ। ਤਾਂ ਉਸਨੇ ਇੱਥੇ ਆ ਕੇ ਵਸਣਾ ਸੀ, ਆਪਣੇ ਆਪ ਨੂੰ ਐਸਟੈਬਲਿਸ਼ ਕਰਨਾ ਸੀ। ਤਾਂ ਕਿਤੇ ਨਾ ਕਿਤੇ ਗਲਤੀਆਂ ਤਾਂ ਹੋਣਗੀਆਂ ਹੀ, ਹੈ ਨਾ। ਪਿਓਰ ਤਾਂ ਕੋਈ ਵੀ ਨਹੀਂ, ਦੁੱਧ ਦਾ ਧੋਤਾ ਤਾਂ ਕੋਈ ਵੀ ਨਹੀਂ ਪੂਰੀ ਦੁਨੀਆ ਦੇ ਵਿੱਚ। ਸੋ ਜਦੋਂ ਬੰਦਾ ਵੱਡਾ ਆਦਮੀ ਬਣ ਜਾਂਦਾ ਤਾਂ ਫਿਰ ਉਹਦੇ ਪਿਛੋਕੜ ਨੂੰ ਘੋਖਣਾ ਸ਼ੁਰੂ ਲੋਕ ਕਰ ਦਿੰਦੇ ਨੇ।
ਤੇ ਜੇ ਉਹ ਵੱਡਾ ਆਦਮੀ ਨਹੀਂ ਬਣਦਾ ਤਾਂ ਸ਼ਾਇਦ ਕਿਸੇ ਨੂੰ ਕੋਈ ਲੈਣਾ ਦੇਣਾ ਨਹੀਂ ਹੁੰਦਾ। ਜੇ ਅੱਜ ਡੋਨਲਡ ਟਰੰਪ ਵੱਡੇ ਆਦਮੀ ਨਾ ਹੁੰਦੇ ਤਾਂ ਸ਼ਾਇਦ ਉਹਨਾਂ ਨੇ ਹਿਸਟਰੀ 'ਚ ਕੀ ਕੀਤਾ ਕਿਸੇ ਨੂੰ ਕੋਈ ਲੈਣਾ ਦੇਣਾ ਨਾ ਹੁੰਦਾ, ਕਿਉਂਕਿ ਉਹ ਪ੍ਰੈਜ਼ੀਡੈਂਟ ਆਫ ਅਮਰੀਕਾ ਰਹਿ ਚੁੱਕੇ ਨੇ, ਸੈਕਿੰਡ ਟਾਈਮ ਬਣਨ ਦੀ ਕੋਸ਼ਿਸ਼ ਕਰਦੇ ਪਏ ਨੇ। ਇਸ ਕਰਕੇ ਉਹਨਾਂ ਦਾ ਇਤਿਹਾਸ ਦੇਖੋ, ਉਹਨਾਂ ਦੀ ਕਮਜ਼ੋਰੀਆਂ ਕੀ ਕੀ ਨੇ ਉਹ ਉਜਾਗਰ ਕਰੋ। ਓਪੋਨੈਂਟਸ ਇੱਦਾਂ ਹੀ ਕਰਦੇ ਨੇ ਤਾਂ ਕਿ ਲੋਕ ਉਹਨਾਂ ਨੂੰ ਡਿਸਲਾਈਕ ਕਰਨ, ਉਹਨਾਂ ਨੂੰ ਵੋਟ ਨਾ ਦੇਣ। ਇਹ ਸਟ੍ਰੈਟਜੀ ਆ। ਐਲਨ ਮਸਕ ਵੱਡੇ ਆਦਮੀ ਨੇ, ਦੁਨੀਆ ਦੇ ਸਭ ਤੋਂ ਅਮੀਰ ਆਦਮੀ ਨੇ, ਇਹਨਾਂ ਦੀਆਂ ਕਮਜ਼ੋਰੀਆਂ ਕੀ ਕੀ ਨੇ ਉਹ ਲੋਕਾਂ ਦੇ ਸਾਹਮਣੇ ਲੈ ਕੇ ਆਓ। ਯੈਸ, ਔਰ ਕਿਉਂਕਿ ਉਹ ਡੋਨਲਡ ਟਰੰਪ ਨੂੰ ਸਪੋਰਟ ਕਰਦੇ ਨੇ, ਆਪਣਾ ਪੈਸਾ ਇੰਨਾ ਲਗਾ ਰਹੇ ਨੇ, ਇਸ ਕਰਕੇ ਇਹ ਉਹਨਾਂ ਦੀਆਂ ਕਮਜ਼ੋਰੀਆਂ ਸਾਹਮਣੇ ਲਿਆਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਇਹ ਵੀ ਇਨਡਾਇਰੈਕਟ ਅਟੈਕ ਹੈ ਡੋਨਲਡ ਟਰੰਪ ਦੇ ਵੋਟ ਬੈਂਕ ਦੇ ਉੱਤੇ। ਸੋ ਇਹ ਉਹਨਾਂ ਦੀ ਜਿਹੜੀ ਪਰਫਾਰਮੈਂਸ ਹੈ 1995 ਦੀ ਐਲਨ ਮਸਕ ਦੀ, ਹੀ ਵਰਕਡ in US illegally in 1995। ਖੈਰ ਡਿਟੇਲਸ ਨੇ, ਡਿਟੇਲਸ ਬਹੁਤ ਜ਼ਿਆਦਾ ਨੇ, ਤੁਸੀਂ ਜਿੱਧਰ ਮਰਜ਼ੀ ਇਹਨਾਂ ਡਿਟੇਲਸ ਨੂੰ ਲੈ ਕੇ ਜਾ ਸਕਦੇ ਹੋ। ਨਾਓ ਦ ਥਿੰਗ ਇਜ਼ ਅਗੇਨ, ਡੋਨਲਡ ਟਰੰਪ ਪ੍ਰੈਜ਼ੀਡੈਂਟ ਆਫ ਅਮਰੀਕਾ ਬਣਨ ਵਾਸਤੇ ਯੁੱਧ ਕਰ ਰਹੇ ਨੇ ਜਾਂ ਆਪਣੇ ਆਪ ਨੂੰ ਇਹ ਕੋਰਟ ਦੇ ਕੇਸਾਂ ਤੋਂ ਬਚਾਉਣ ਵਾਸਤੇ, ਜੇਲ੍ਹ ਜਾਣ ਤੋਂ ਬਚਣ ਵਾਸਤੇ, ਆਪਣੇ ਆਪ ਨੂੰ ਫ੍ਰੀ ਰੱਖਣ ਵਾਸਤੇ, ਆਪਣੇ ਸਰਵਾਈਵਲ ਰੱਖਣ ਵਾਸਤੇ? ਦੈਟ ਇਜ਼ ਅ ਬਿਗ ਕੁਐਸਚਨ। ਔਰ ਕਮਲਾ ਹੈਰਿਸ ਦਾ ਵਿਜ਼ਨ ਅਲੱਗ ਹੈ, ਔਰ ਉਹਨਾਂ ਦਾ ਵਿਜ਼ਨ ਲੋਕਾਂ ਦੇ ਸਾਹਮਣੇ ਬਾਰ-ਬਾਰ ਕੈਂਪੇਨਸ ਦੇ ਵਿੱਚ ਆਉਂਦਾ ਹੈ। ਔਰ ਖਾਸ ਕਰਕੇ ਜਦੋਂ ਸੈਲੀਬ੍ਰਿਟੀਜ਼ ਆ ਕੇ ਸਪੋਰਟ ਕਰਦੇ ਨੇ, ਆਫ ਕੋਰਸ ਡੋਨਲਡ ਟਰੰਪ ਨੂੰ ਵੀ ਸੈਲੀਬ੍ਰਿਟੀਜ਼ ਸਪੋਰਟ ਕਰਦੇ ਨੇ। ਸੋ ਸੈਲੀਬ੍ਰਿਟੀਜ਼ ਜਦੋਂ ਆ ਕੇ ਗੱਲਬਾਤ ਕਰਦੇ ਨੇ ਤਾਂ ਉਹਨਾਂ ਦੇ ਜਿਹੜੇ ਸਾਰੇ ਵਿਜ਼ਨਸ ਨੇ ਉਹ ਹੋਰ ਲੋਕਾਂ ਦੇ ਵਿੱਚ ਪਪੂਲਰ ਹੁੰਦੇ ਨੇ। ਔਰ ਕਿਤੇ ਨਾ ਕਿਤੇ ਇਹ ਵੀ ਕਿਹਾ ਜਾਂਦਾ ਹੈ ਕਿ ਜੋ ਕਮਲਾ ਹੈਰਿਸ ਦਾ ਵਿਜ਼ਨ ਹੈ ਉਹ ਜ਼ਿਆਦਾ ਪਪੂਲਰ ਹੋ ਜਾਂਦਾ ਹੈ ਡੋਨਲਡ ਟਰੰਪ ਦੇ ਕੰਪੈਰੇਟਿਵਲੀ, ਉਹਨਾਂ ਦੇ ਬਨਿਸਬਤ, ਉਹਨਾਂ ਦੇ ਮੁਕਾਬਲੇ ਦੇ ਵਿੱਚ। ਐਵਰੀਥਿੰਗ ਇਜ਼ ਹੈਪਨਿੰਗ। ਸੋ ਡਾਲਰ ਦੀ ਗੱਲ ਹੋਈ ਕਿ ਰਸ਼ੀਆ ਕਾਮਯਾਬ ਹੋਏਗਾ ਡਾਲਰ ਨੂੰ ਰਿਪਲੇਸ ਕਰਨ ਦੇ ਵਿੱਚ, ਕਿਉਂਕਿ ਰਸ਼ੀਆ ਇਜ਼ ਅ ਬਿਗ ਪਾਵਰ, ਚਾਈਨਾ ਉਹਦਾ ਸਪੋਰਟਰ ਹੈ। ਜਾਂ ਚਾਈਨਾ, ਇਜ਼ਰਾਈਲ, ਇਹ ਦੋ ਖਾਸ ਮੁੱਦੇ ਨੇ ਇਹਨਾਂ ਇਲੈਕਸ਼ਨਸ ਦੇ ਵਿੱਚ। ਇਜ਼ਰਾਈਲ ਦੀ ਵਾਰ ਔਰ ਚਾਈਨਾ ਦੀ ਇਕੋਨਮੀ ਕਿੱਦਾਂ ਚੈਲੰਜ ਕਰ ਸਕਦੀ ਹੈ ਅਮਰੀਕਾ ਦੀ ਇਕੋਨਮੀ ਨੂੰ, ਕਿਉਂਕਿ ਐਲਨ ਮਸਕ ਦੀ ਟੈਸਲਾ ਕਾਰ ਚਾਈਨਾ ਦੇ ਸਪੋਰਟ ਦੇ ਨਾਲ ਬਣਦੀ ਹੈ, ਜੋ ਦੁਨੀਆ ਦਾ ਸਭ ਤੋਂ ਅਮੀਰ ਆਦਮੀ ਹੈ ਔਰ ਇਸ ਵਕਤ ਅਮਰੀਕਾ ਦੀ ਇਲੈਕਸ਼ਨਸ ਦੇ ਵਿੱਚ ਖਾਸ ਰੋਲ ਅਦਾ ਕਰਦਾ ਪਿਆ। ਸਾਰੇ ਮਾਮਲੇ ਇੰਟਰਕਨੈਕਟਡ ਨੇ ਔਰ ਇਹ ਇੰਟਰਕਨੈਕਟਡ ਹੋ ਕੇ ਹੀ ਦੇਖਣੇ ਪੈਂਦੇ ਨੇ। ਇਸ ਕਰਕੇ ਚਾਈਨਾ, ਇਜ਼ਰਾਈਲ ਐਂਡ ਥਰਡ ਇਕੋਨਮੀ ਦੇ ਵਿੱਚ ਇਨਵੈਸਟਰਸ ਪੈਸਾ ਲਾਉਣ ਕੇ ਨਾ ਲਗਾਉਣ। ਇਲੈਕਸ਼ਨਸ ਦੇ ਰਿਜ਼ਲਟਸ ਦਾ ਵੇਟ ਕਰਦੇ ਪਏ ਨੇ ਔਰ ਦੁਨੀਆ ਦੇ 76 ਕੰਟਰੀਜ਼ ਦੇ ਵਿੱਚ ਇਲੈਕਸ਼ਨਸ ਹੋਈਆਂ ਨੇ 2024 ਦੇ ਵਿੱਚ। ਇਹ ਪੂਰੀ ਦੁਨੀਆ ਦੇ ਵਿੱਚ ਇਲੈਕਸ਼ਨ ਈਅਰ ਹੈ ਔਰ ਪੂਰੀ ਦੁਨੀਆ ਦੇ ਜਿਹੜੀ ਥਾਂ ਦੇ ਉੱਤੇ ਐਡਮਿਨਿਸਟ੍ਰੇਸ਼ਨ ਬਣਦੀ ਪਈ ਹੈ, ਉਹਨਾਂ ਦੀ ਫੋਰਨ ਪਾਲਿਸੀ, ਟ੍ਰੇਡ ਪਾਲਿਸੀ ਕੀ ਹੋਏਗੀ, ਔਰ ਅਮਰੀਕਾ ਦੇ ਇਲੈਕਸ਼ਨ ਜਿੱਤਣ ਤੋਂ ਬਾਅਦ ਕੌਣ ਬਣਦਾ ਕੌਣ ਨਹੀਂ ਬਣਦਾ, ਉਹਨਾਂ ਦੀ ਫੋਰਨ ਪਾਲਿਸੀ, ਟ੍ਰੇਡ ਪਾਲਿਸੀ ਕੀ ਹੋਏਗੀ, ਉਹਦੇ ਮੁਤਾਬਿਕ ਪੂਰੀ ਪਾਵਰ ਸ਼ਿਫਟ ਕੀ ਹੋਏਗੀ ਦੁਨੀਆ ਦੇ ਵਿੱਚ, ਤੇ ਪੋਲਿਟਿਕਸ ਕਿੱਥੇ ਠਹਿਰੇਗਾ, ਇਕੋਨਮੀ ਕਿੱਥੇ ਠਹਿਰੇਗੀ, ਉਹਦੇ ਮੁਤਾਬਿਕ ਕਿੱਦਾਂ ਦੀ ਗਤੀ ਹੋਏਗੀ ਇਕੋਨਮੀ ਦੀ, ਜਿਹਦੇ ਵਿੱਚ ਅਸੀਂ ਆਪਣਾ ਪੈਸਾ ਲਗਾ ਕੇ ਪੈਸਾ ਕਮਾ ਸਕਦੇ ਹਾਂ। ਇਨਵੈਸਟਰਸ ਇਹ ਦੇਖਦੇ ਪਏ ਨੇ, ਵੇਟ ਐਂਡ ਵਾਚ, ਇੱਕ ਇਹ ਸਥਿਤੀ ਹੈ। ਸੋ ਚਾਈਨਾ, ਇਜ਼ਰਾਈਲ ਵਾਰ ਐਂਡ ਇਨਵੈਸਟਰਸ, ਇਹ ਤਿੰਨੋਂ ਜੇ ਆਪਾਂ ਐਕਸਪਲੇਨ ਕਰਨਾ ਚਾਹੀਏ ਤਾਂ ਇਹ ਤਿੰਨੋਂ ਮੇਨ ਮੁੱਦੇ ਬਣ ਕੇ ਉੱਭਰਦੇ ਨੇ ਯੂਨਾਈਟਿਡ ਸਟੇਟਸ ਆਫ ਅਮਰੀਕਾ ਦੀ ਇਲੈਕਸ਼ਨਸ 2024 ਵਾਸਤੇ। ਸੋ ਇਹਨਾਂ ਚੀਜ਼ਾਂ ਨੂੰ ਆਪਾਂ ਜੇ ਦੇਖਦੇ ਹਾਂ ਤਾਂ ਇਹਨਾਂ ਦੇ ਉੱਤੇ ਜੋ ਟਰੰਪ ਨੇ ਉਹ ਤੇ ਉਹਨਾਂ ਦੇ ਭਾਈਵਾਲ ਕਿੱਦਾਂ ਆਪਣੇ ਆਪ ਨੂੰ ਪ੍ਰੀਪੇਅਰ ਕਰ ਰਹੇ ਨੇ 2024 ਦੀਆਂ ਇਲੈਕਸ਼ਨਸ ਨੂੰ ਚੈਲੰਜ ਕਰਨ ਵਾਸਤੇ। ਕਿਉਂਕਿ ਆਪਾਂ ਇਹ ਗੱਲ ਕਰ ਚੁੱਕੇ ਹਾਂ ਕਿ ਉਹ ਡਾਊਟ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਸੋ ਕਈ ਵਾਰ ਆਪਾਂ ਕਹਿੰਦੇ ਨਾ ਇਹ ਦੁਨੀਆ ਇੱਕ ਤਮਾਸ਼ਾ ਹੈ, ਇੱਕ ਨਾਟਕ ਹੈ, ਔਰ ਉਸ ਨਾਟਕ ਦੇ ਵਿੱਚ ਚੰਗੇ ਲੋਕ ਵੀ ਨੇ, ਮਾੜੇ ਲੋਕ ਵੀ ਨੇ, ਹੀਰੋਜ਼ ਵੀ ਨੇ, ਵਿਲਨਸ ਵੀ ਨੇ, ਐਂਡ ਰੀਅਲ ਬੈਡ ਐਕਟਰਸ ਵੀ ਨੇ, ਰੀਅਲ ਗੁੱਡ ਐਕਟਰਸ ਵੀ ਨੇ। ਪਰ ਜੇ ਆਪਾਂ ਗਹਿਰਾਈ ਨਾਲ ਸੋਚੀਏ ਨਾ, ਕੋਈ ਚੰਗਾ ਨਹੀਂ, ਕੋਈ ਮਾੜਾ ਨਹੀਂ, ਹਰ ਬੰਦਾ ਚੰਗਾ ਵੀ ਹੈ, ਹਰ ਬੰਦਾ ਮਾੜਾ ਵੀ ਹੈ। ਗ੍ਰੇ ਆ, ਗ੍ਰੇ ਸ਼ੇਡ ਆ, ਨਾਟ ਬਲੈਕ ਨਾਟ ਵਾਈਟ, ਕੋਈ ਬਲੈਕ ਐਂਡ ਵਾਈਟ ਨਹੀਂ ਹੈਗੇ ਆਪਾਂ ਸਾਰਿਆਂ ਦੇ ਵਿੱਚ ਕਮੀਆਂ ਵੀ ਨੇ, ਖੂਬੀਆਂ ਵੀ ਨੇ, ਹੈ ਨਾ। ਬਲੈਕ ਐਂਡ ਵਾਈਟ ਨੂੰ ਇਕੱਠਾ ਮਿਲਾ ਦਿਓ ਤਾਂ ਗ੍ਰੇ ਸ਼ੇਡ ਬਣ ਜਾਂਦੀ ਹੈ। ਆਪਾਂ ਸਾਰੇ ਗ੍ਰੇ ਸ਼ੇਡ ਵਾਲੇ ਹੀ ਹਾਂ, ਚੰਗੇ ਵੀ ਹਾਂ ਤੇ ਮਾੜੇ ਵੀ ਹਾਂ। ਕਹਿੰਦੇ ਨੇ ਇਨਸਾਨ ਸਾਰੇ ਚੰਗੇ ਹੁੰਦੇ ਨੇ, ਇਹ ਆਦਤਾਂ ਹੀ ਮਾੜੀਆਂ ਹੁੰਦੀਆਂ ਨੇ। ਜੇ ਮਾੜੀਆਂ ਆਦਤਾਂ ਛੱਡ ਦਿਓ ਤਾਂ ਇਨਸਾਨ ਚੰਗਾ ਹੀ ਹੈ, ਇਹ ਸਿਆਣੇ ਕਹਿੰਦੇ। ਸੋ ਇਹ ਮਾੜੀ ਆਦਤ ਕਿਹਦੇ 'ਚ ਕਿਹੜੀ ਆ, ਇਹ ਹੁਣ ਤੁਸੀਂ ਦੇਖਣਾ ਕਿ ਕਮਲਾ ਹੈਰਿਸ ਦੀਆਂ ਮਾੜੀਆਂ ਆਦਤਾਂ ਕਿਹੜੀਆਂ ਨੇ ਤੇ ਡੋਨਲਡ ਟਰੰਪ ਦੀਆਂ ਮਾੜੀਆਂ ਆਦਤਾਂ ਕਿਹੜੀਆਂ ਨੇ, ਤੇ ਉਹ ਮਾੜੀਆਂ ਆਦਤਾਂ ਕੌਣ ਛੱਡ ਸਕਦਾ ਜੇ ਹੈਗੀਆਂ ਨੇ ਤਾਂ।
ਜਿਹੜਾ ਛੱਡ ਦੇਗਾ ਉਹ ਵਧੀਆ ਇਨਸਾਨ ਹੈ, ਫਿਰ ਉਹਨੂੰ ਚੁਣ ਲਓ ਬਾਈ, ਉਹਨੂੰ ਵੋਟ ਪਾ ਦਿਓ। ਇਹ ਤਾਂ ਹੁਣ ਤੁਸੀਂ ਦੇਖਣਾ ਕਿ ਆਪਣੀ ਵੋਟ ਕਿੱਧਰ ਲੈ ਕੇ ਜਾਣੀ ਹੈ। ਸੋ ਦੋਵੇਂ ਕੈਂਡੀਡੇਟਸ ਲੱਗੇ ਹੋਏ ਨੇ ਔਰ ਇਹ ਇਲੈਕਸ਼ਨਸ ਦਾ ਸਾਰਾ ਦੌਰ ਚੱਲਦਾ ਪਿਆ। ਨਾਓ ਸਵਿੰਗ ਸਟੇਟਸ, ਪੈਨਸਿਲਵੇਨੀਆ, ਉਹ ਸਾਰੀ ਗੱਲ ਹੋ ਗਈ, ਹਿਸਟੋਰੀਕਲ ਇਲੈਕਸ਼ਨਸ ਦੀ ਗੱਲ ਹੋ ਗਈ। ਹੁਣ ਗੱਲ ਇੱਥੇ ਆਉਂਦੀ ਆ ਕਿ ਜਿਹੜੇ ਬਾਕੀ ਸਾਰੇ ਫੈਕਟਰਸ ਨੇ ਦੁਨੀਆ ਦੇ, ਉਹ ਕੀ ਅਸਰ ਪਾ ਰਹੇ ਨੇ, ਠੀਕ ਹੈ। ਔਰ ਉਹਨਾਂ ਦੇ ਅਸਰ ਤਾਂ ਇਹ ਨੇ ਕਿ ਚਾਹੇ ਇਕੋਨਮੀ ਦੇਖ ਲਓ, ਚਾਹੇ ਉਹ ਵਾਰਸ ਦੇਖ ਲਓ, ਚਾਹੇ ਉਹ ਇੰਟਰਨੈਸ਼ਨਲ ਰਿਲੇਸ਼ਨਸ ਦੇਖ ਲਓ, ਹਰ ਪਾਸੇ ਜਿੱਥੇ ਮਰਜ਼ੀ ਦੇਖ ਲਓ ਤਾਂ ਇੱਕ ਪ੍ਰੈਸ਼ਰ ਤੇ ਹਰ ਪਾਸੇ ਹੈ, ਇਹ ਪੋਲੀਟੀਕਲ ਪ੍ਰੈਸ਼ਰ। ਔਰ ਇਹ ਪ੍ਰੈਸ਼ਰਸ ਜ਼ਰੂਰੀ ਵੀ ਹੋ ਜਾਂਦੇ ਨੇ ਕਿਉਂਕਿ ਇਹਦੇ ਵਿੱਚੋਂ ਹੀ ਤੁਸੀਂ ਨਿਖਰ ਕੇ ਨਿਕਲਦੇ ਹੋ। ਇਹ ਸਾਰੇ ਪ੍ਰੈਸ਼ਰਸ ਤੁਹਾਨੂੰ ਇਹ ਦੱਸ ਦਿੰਦੇ ਨੇ ਕਿ ਕੌਣ ਤੁਹਾਡਾ ਦੁਸ਼ਮਣ ਹੈ ਤੇ ਕੌਣ ਤੁਹਾਡਾ ਦੋਸਤ ਹੈ, ਔਰ ਕਿਹਦੇ ਨਾਲ ਕਿੱਦਾਂ ਵਰਤਣਾ ਹੈ, ਕਿਹਦੇ ਨਾਲ ਕਿੱਦਾਂ ਦੀ ਪਾਲਿਸੀ ਰੱਖਣੀ ਹੈ ਤਾਂ ਕਿ ਤੁਸੀਂ ਆਪਣੇ ਦੇਸ਼ ਨੂੰ ਬਿਹਤਰੀ ਵੱਲ ਲੈ ਕੇ ਜਾ ਸਕੋ। ਇਸ ਕਰਕੇ ਇਹ ਪੋਲੀਟੀਕਲ ਪ੍ਰੈਸ਼ਰਸ ਐਂਡ ਪੋਲੀਟੀਕਲ ਕੰਪਲਸ਼ਨਸ ਬਹੁਤ ਜ਼ਿਆਦਾ ਜ਼ਰੂਰੀ ਹੁੰਦੀਆਂ ਨੇ, ਪਰ ਇਹਦੇ 'ਚ ਸ਼ਰਤ ਇਹ ਹੈ ਕਿ ਤੁਸੀਂ ਅਮਰੀਕਾ ਵਾਸਤੇ ਕੰਮ ਕਰ ਰਹੇ ਹੋ, ਆਪਣੇ ਵਾਸਤੇ ਨਹੀਂ। ਤੁਸੀਂ ਆਪਣੇ ਦੇਸ਼ ਵਾਸਤੇ ਕੰਮ ਕਰ ਰਹੇ ਹੋ, ਆਪਣੇ ਬਾਰੇ ਸੋਚਦੇ ਵੀ ਨਹੀਂ। ਦੈਟ ਇਜ਼ ਦ ਮੇਨ ਥਿੰਗ। ਔਰ ਅਮਰੀਕਨ ਹਿਸਟਰੀ ਇਹ ਰਹੀ ਹੈ ਕਿ ਜਿਹੜੇ ਵੀ ਪ੍ਰੈਜ਼ੀਡੈਂਟਸ ਜ਼ਿਆਦਾ ਕਾਮਯਾਬ ਹੋਏ ਨੇ ਉਹਨਾਂ ਨੇ ਹਮੇਸ਼ਾ ਪਬਲਿਕ ਬਾਰੇ, ਅਮਰੀਕਨਸ ਬਾਰੇ ਸੋਚਿਆ ਹੈ, ਅਮਰੀਕਾ ਬਾਰੇ ਸੋਚਿਆ ਹੈ, ਆਪਣੇ ਪੋਲੀਟੀਕਲ ਕੈਰੀਅਰ ਬਾਰੇ ਨਹੀਂ ਸੋਚਿਆ। ਔਰ ਇਸੇ ਚੀਜ਼ ਨੂੰ ਕਮਲਾ ਹੈਰਿਸ ਵੀ ਬਾਰ-ਬਾਰ ਕਹਿੰਦੇ ਨੇ ਕਿ ਡੋਨਲਡ ਟਰੰਪ ਸਿਰਫ ਆਪਣੇ ਬਾਰੇ ਸੋਚਦੇ ਨੇ, ਆਪਣੇ ਆਪ ਨੂੰ ਪ੍ਰਮੋਟ ਕਰਨ ਬਾਰੇ ਸੋਚਦੇ ਨੇ। ਇਸ ਕਰਕੇ ਉਹੀ ਸਟਾਰ ਕੁਐਸਚਨ ਆਪਾਂ ਰਿਪੀਟ ਕਰਦੇ ਹਾਂ ਕਿ ਡੋਨਲਡ ਟਰੰਪ ਪ੍ਰੈਜ਼ੀਡੈਂਟ ਆਫ ਅਮਰੀਕਾ ਬਣਨਾ ਚਾਹੁੰਦੇ ਨੇ ਜਾਂ ਫਿਰ ਆਪਣੇ ਆਪ ਨੂੰ ਜੇਲ੍ਹ ਜਾਣ ਤੋਂ ਬਚਾਉਣਾ ਚਾਹੁੰਦੇ ਨੇ, ਆਪਣੇ ਸਰਵਾਈਵਲ, ਆਪਣੀ ਫਰੀडम ਵਾਸਤੇ ਲੜਦੇ ਨੇ, ਜਾਂ ਵਾਕਈ ਉਹਨਾਂ ਦਾ ਕੋਈ ਸੁਪਨਾ ਹੈਗਾ ਅਮਰੀਕਨਸ ਵਾਸਤੇ, ਕੋਈ ਪਲਾਨ ਹੈਗਾ ਅਮਰੀਕਾ ਵਾਸਤੇ। ਸੋ ਦਿਸ ਇਜ਼ ਦ ਮੇਨ ਥਿੰਗ। ਸੋ ਇਹ ਸਾਰੀਆਂ ਗੱਲਾਂ ਇਸ ਵਕਤ ਪ੍ਰਭਾਵਿਤ ਕਰ ਰਹੀਆਂ ਨੇ ਅਮਰੀਕਾ ਦੀਆਂ, ਯੂਨਾਈਟਿਡ ਸਟੇਟਸ ਆਫ ਅਮਰੀਕਾ ਦੀਆਂ ਇਲੈਕਸ਼ਨਸ ਨੂੰ। 2024 ਪ੍ਰੈਜ਼ੀਡੈਂਟ ਆਫ ਅਮਰੀਕਾ, ਵਾਈਟ ਹਾਊਸ। ਐਂਡ ਬਾਕੀ ਤੇ ਉਹ ਯੁੱਧਾਂ ਦੀਆਂ ਗੱਲਾਂ ਨੇ ਜੀ। ਰਸ਼ੀਆ ਯੁੱਧ ਕਰਨ ਲੱਗਾ ਹੋਇਆ ਯੂਕਰੇਨ ਨਾਲ, ਭਾਵੇਂ ਯੂਕਰੇਨ ਯੁੱਧ ਕਰਨ ਲੱਗਾ ਹੋਇਆ ਰਸ਼ੀਆ ਨਾਲ। ਹੁਣ ਕਿਹਨੇ ਜਿੱਤਣਾ, ਕਿਹਨੇ ਹਾਰਨਾ, ਲੱਗਦਾ ਤਾਂ ਕੁਝ ਵੀ ਨਹੀਂ ਪਿਆ। ਸੀਜ਼ ਫਾਇਰ ਹੀ ਹੋਏਗੀ। ਦੇਖੋ, ਲੜਾਈ ਹੈ, ਜਿੱਤ ਕੇ ਵੀ ਹਾਰੇ ਹੀ ਹੁੰਦੇ ਆ ਕਿਉਂਕਿ ਨੁਕਸਾਨ ਇੰਨਾ ਹੋ ਚੁੱਕਾ ਹੁੰਦਾ। ਹੁਣ ਉਹ ਨੁਕਸਾਨ ਦੀ ਭਰਪਾਈ ਕਿੱਦਾਂ ਹੋਏਗੀ? ਉਹ ਕਿੰਨੇ ਸਾਲ ਪਿੱਛੇ ਚਲੇ ਗਏ ਉਸ ਯੁੱਧ ਕਾਰਨ, ਕਿੰਨੀ ਤਬਾਹੀ ਹੋ ਗਈ, ਤਾਂ ਉਹਦਾ ਭਰਪਾਈ ਕਰਨ ਵਾਸਤੇ ਕਿੰਨਾ ਕੁ ਵਕਤ ਲੱਗ ਜਾਣਾ ਹੈ, ਉਹ ਸਾਰਾ ਕੁਝ ਖਲੇਰਾ ਸਮੇਟਣ ਵਾਸਤੇ। ਉਹ ਸਾਡਾ ਵੀ ਨੁਕਸਾਨ ਹੈ, ਜਿਹੜੇ ਜਿੱਤ ਗਏ, ਜਿਹੜੇ ਹਾਰ ਗਏ ਉਹਨਾਂ ਦਾ ਤਾਂ ਨੁਕਸਾਨ ਹੈ ਹੀ ਹੈ। ਲਾਈਕਵਾਈਜ਼ ਇਜ਼ਰਾਈਲ, ਹਮਾਸ, ਹਿਜ਼ਬੁੱਲਾ, ਈਰਾਨ, ਇਹ ਵੀ ਸਾਰੀਆਂ ਉਹੀ ਗੱਲਾਂ ਨੇ। ਸੋ ਮੇਨ ਗੱਲ ਇਹ ਹੈ ਕਿ ਪਬਲਿਕ ਕਿੰਨਾ ਸਫਰ ਕਰਦੀ ਪਈ ਹੈ, ਪਬਲਿਕ ਦੇ ਉੱਤੇ ਕੀ ਬੀਤਦਾ ਪਿਆ। ਇਜ਼ਰਾਈਲ ਦੀ ਗੱਲ ਆਪਾਂ ਰੋਜ਼ ਹੀ ਕਰਦੇ ਹਾਂ, ਬੱਚਿਆਂ ਦਾ ਕੀ ਹਾਲ ਹੈ, ਲੇਡੀਜ਼ ਦਾ ਕੀ ਹਾਲ ਹੈ, ਬਿਮਾਰਾਂ ਦਾ ਕੀ ਹਾਲ ਹੈ, ਸਕੂਲ ਦਾ ਕੀ ਹਾਲ ਹੈ, ਹਸਪੀਟਲਸ ਦਾ ਕੀ ਹਾਲ ਹੈ। ਯੂਨਾਈਟਿਡ ਨੇਸ਼ਨਸ ਆਰਗੇਨਾਈਜੇਸ਼ਨ ਦੇ ਜਿਹੜੇ ਵੋਲੰਟੀਅਰਸ ਉੱਥੇ ਗਏ ਨੇ, ਮੈਡੀਕਲ ਟੀਮਸ ਗਈਆਂ ਨੇ, ਸਹਾਇਤਾ ਵਾਸਤੇ ਗਈਆਂ ਨੇ, ਉਹਨਾਂ ਦਾ ਕੀ ਹਾਲ ਹੈ। ਤਮਾਮ ਆਪਾਂ ਗੱਲਾਂ ਕਰਦੇ ਹਾਂ। WHO ਕਿਤੇ ਨਾ ਕਿਤੇ ਜਿੱਥੇ ਸਹਾਇਤਾ ਪਹੁੰਚਾ ਸਕਦੀ ਹੈ ਉੱਥੇ ਵੀ ਨਹੀਂ ਪਹੁੰਚਾ ਪਾ ਰਹੀ। ਕਿਉਂ? ਕਿਉਂਕਿ ਵਾਰਸ ਇੰਨੀਆਂ ਹੋ ਰਹੀਆਂ ਨੇ, ਇੰਨੀ ਜ਼ਿਆਦਾ ਸ਼ੈਲਿੰਗ ਹੋ ਰਹੀ ਹੈ, ਇੰਨੇ ਜ਼ਿਆਦਾ ਬੰਬ ਸੁੱਟੇ ਜਾ ਰਹੇ ਨੇ ਕਿ ਉੱਥੇ ਪਹੁੰਚਣਾ ਮੁਸ਼ਕਿਲ ਹੋਇਆ ਪਿਆ। ਕੱਟ ਗਏ ਪਬਲਿਕ ਨਾਲੋਂ। ਤੁਸੀਂ ਮਦਦ ਦੇਣ ਵਾਲੇ ਇੱਧਰ, ਉਹ ਪਬਲਿਕ ਉੱਧਰ ਹੈ, ਵਿਚਕਾਰ ਖਾਈ ਬਣੀ ਹੋਈ ਹੈ ਬੰਬਾਂ ਦੀ, ਕਿੱਦਾਂ ਨਿਕਲੋਗੇ? ਤਾਂ ਫਿਰ ਜਿਹੜੇ ਲੋਕ ਮਦਦ ਚਾਹੁੰਦੇ ਨੇ, ਜਿਨ੍ਹਾਂ ਨੂੰ ਮਦਦ ਪਹੁੰਚਣੀ ਚਾਹੀਦੀ ਹੈ, ਉਹਨਾਂ ਨੂੰ ਮਦਦ ਕਿੱਦਾਂ ਪਹੁੰਚੇ? ਮਦਦ ਕਰਨ ਵਾਲੇ ਨਹੀਂ ਜਾ ਪਾ ਰਹੇ ਉੱਥੇ। ਗਾਜ਼ਾ, ਲੈਬਨਾਨ, ਇਹੀ ਚੀਜ਼ ਚੱਲਦੀ ਪਈ। ਔਰ ਯੂਕਰੇਨ ਦੇ ਵਿੱਚ ਵੀ ਕਿਤੇ ਨਾ ਕਿਤੇ ਇੱਦਾਂ ਦੀ ਹੀ ਦਿਸ਼ਾ ਹੈ, ਇੱਦਾਂ ਦਾ ਹੀ ਦਸ਼ਾ ਹੈ। ਦਸ਼ਾ ਮਤਲਬ ਦੋਵੇਂ ਭੰਬਲ ਭੂਸੇ 'ਚ ਪਏ ਹੋਏ ਨੇ। ਪਿੱਛੇ ਜਿਹੇ ਇੱਕ ਰਿਪੋਰਟ ਆਈ ਸੀ ਕਿ ਜੋ ਮਿਜ਼ਾਈਲਸ, ਜੋ ਐਮੂਨੀਸ਼ਨ ਇਸਤੇਮਾਲ ਹੋਇਆ ਹੈ ਯੂਕਰੇਨ ਦੇ ਉੱਤੇ ਰਸ਼ੀਆ ਵੱਲੋਂ, ਉਹਦੇ ਵਿੱਚ ਕਈ ਇੱਦਾਂ ਦੇ ਵੈਪਨਸ, ਕਈ ਇੱਦਾਂ ਦੀਆਂ ਮਿਜ਼ਾਈਲਸ ਮਿਲੀਆਂ ਕਿ ਉਹਨਾਂ ਦੀ ਮੈਨੂਫੈਕਚਰਿੰਗ ਯੂਨਾਈਟਿਡ ਸਟੇਟਸ ਆਫ ਅਮਰੀਕਾ ਦੀ ਕੰਪਨੀਜ਼ ਨੇ ਕੀਤੀ। ਹੁਣ ਤੁਸੀਂ ਦੱਸੋ, ਇਹ ਉੱਥੇ ਯੂਨਾਈਟਿਡ ਸਟੇਟਸ ਆਫ ਅਮਰੀਕਾ ਦੀਆਂ ਕੰਪਨੀ ਦੀਆਂ ਬਣੀਆਂ ਹੋਈਆਂ ਮਿਜ਼ਾਈਲਾਂ ਕਿੱਥੋਂ ਚਲੀਆਂ ਗਈਆਂ, ਜਿਹੜਾ ਰਸ਼ੀਆ ਫਾਇਰ ਕਰਦਾ ਪਿਆ ਔਰ ਯੂਕਰੇਨ ਦੇ ਉੱਤੇ। ਇੱਧਰ ਤਾਂ ਯੂਕਰੇਨ ਨੂੰ ਸਪੋਰਟ ਮਿਲ ਰਹੀ ਹੈ ਨਾਟੋ ਕੰਟਰੀਜ਼ ਵੱਲੋਂ ਔਰ ਯੂਨਾਈਟਿਡ ਸਟੇਟਸ ਆਫ ਅਮਰੀਕਾ ਉਹਦੇ 'ਚ ਇਨਵੋਲਵ ਹੈ। ਤਾਂ ਫਿਰ ਗੱਲ ਇੱਥੇ ਆਉਂਦੀ ਹੈ ਕਿ ਇਹ ਸਮਗਲ ਹੋ ਕੇ ਜਾਂਦੀਆਂ ਨੇ ਚੀਜ਼ਾਂ। ਗ੍ਰੇ ਮਾਰਕੀਟ, ਇਲੀਗਲ ਮਾਰਕੀਟ। ਹੁਣ ਇਹਦੇ ਉੱਤੇ ਵੀ ਅਮਰੀਕਾ ਨੇ ਧਿਆਨ ਰੱਖਣਾ ਕਿ ਸਾਡੇ ਪੁਰਜ਼ੇ, ਸਾਡੀ ਸਾਇੰਸ ਐਂਡ ਟੈਕਨੋਲੋਜੀ ਰਸ਼ੀਆ ਦੇ ਹੱਥ ਨਾ ਪਵੇ, ਕਿ ਉਹ ਸਾਡੇ ਐਲਾਈਜ਼, ਸਾਡੇ ਭਾਈਵਾਲਾਂ ਦੇ ਉੱਤੇ ਇਸਤੇਮਾਲ ਕਰੇ, ਜਿਵੇਂ ਕਿ ਯੂਕਰੇਨ ਦੇ ਉੱਤੇ ਇਸਤੇਮਾਲ ਹੋ ਗਏ।
ਤੇ ਨਵੇਂ ਕੁਐਸਚਨਸ ਖੜੇ ਹੁੰਦੇ ਨੇ, ਨਵੀਆਂ ਗੱਲਾਂ। ਲਾਈਕਵਾਈਜ਼ ਸੌਫਟਵੇਅਰ ਨੂੰ ਲੈ ਕੇ, ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਲੈ ਕੇ ਇਹ ਵੀ ਗੱਲ ਹੋ ਰਹੀ ਆ ਕਿ ਇਹ ਸੌਫਟਵੇਅਰ, ਇਹ ਆਰਟੀਫਿਸ਼ੀਅਲ ਇੰਟੈਲੀਜੈਂਸ ਜੋ ਅਮਰੀਕਾ ਕੋਲ ਹੈ ਇਸ ਵਕਤ, ਉਹਨਾਂ ਦੀ ਸਿਲੀਕਨ ਵੈਲੀ ਦੀ ਜਾਇਦਾਦ ਹੈ, ਕਿਤੇ ਉਹ ਸਮਗਲ ਹੋ ਕੇ ਚਾਈਨਾ ਵੱਲ ਨਾ ਚਲੀ ਜਾਏ ਔਰ ਚਾਈਨਾ ਵਾਲੇ ਆਪਣੀ ਆਰਮੀ ਨੂੰ, ਆਪਣੇ ਵੈਪਨਸ ਨੂੰ ਹੋਰ ਮਾਡਰਨ ਨਾ ਕਰ ਲੈਣ ਔਰ ਉਸ ਤੋਂ ਬਾਅਦ ਅਮਰੀਕਾ ਦੀ ਇਕਨੋਮੀ, ਅਮਰੀਕਾ ਦੀ ਟੈਕਨੋਲੋਜੀ, ਅਮਰੀਕਾ ਦੀ ਸਾਇੰਸ, ਅਮਰੀਕਾ ਦੀ ਵੈਪਨਰੀ ਸਾਇੰਸ, ਉਸ ਦਾ ਇਸਤੇਮਾਲ ਅਮਰੀਕਾ ਤੋਂ ਲੈ ਕੇ ਹੀ ਅਮਰੀਕਾ ਦੇ ਖਿਲਾਫ ਨਾ ਕਰ ਦੇਣ। ਆਰਟ ਆਫ ਵਾਰ, ਤੁਹਾਡੀ ਪਾਵਰ ਦਾ ਤੁਹਾਡੇ ਹੀ ਖਿਲਾਫ ਇਸਤੇਮਾਲ ਕਰਨਾ, ਇਹ ਵੀ ਡਿਬੇਟ ਹੈ। ਹੁਣ ਇਹਦੇ ਉੱਤੇ ਵੀ ਅਮਰੀਕਾ ਨੇ ਧਿਆਨ ਰੱਖਣਾ। ਮਤਲਬ ਇਹ ਹੈ ਚਾਰੋਂ ਪਾਸਿਓਂ ਪ੍ਰੈਸ਼ਰ ਕੁੱਕਰ ਬਣਿਆ ਹੋਇਆ ਇਸ ਵਕਤ ਔਰ ਉਹਦੇ ਵਿੱਚੋਂ ਤੁਸੀਂ ਇਲੈਕਸ਼ਨਸ ਦੇ ਉੱਤੇ ਪੂਰਾ ਜ਼ੋਰ ਦੇਣਾ ਔਰ ਇੱਕ ਸਹੀ ਕੈਂਡੀਡੇਟ ਨੂੰ ਪ੍ਰੈਜ਼ੀਡੈਂਟ ਆਫ ਅਮਰੀਕਾ ਬਣਾਉਣਾ। ਤੁਹਾਡੇ ਕੀ ਵਿਚਾਰ ਨੇ ਇਹਨਾਂ ਸਾਰੇ ਮੁੱਦਿਆਂ ਦੇ ਉੱਤੇ? ਆਪਣੇ ਵਿਚਾਰ ਸਾਨੂੰ ਇਨਬਾਕਸ ਕਰੋ। ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ। ਇੰਡੀਆ ਇੰਟਰਨੈਸ਼ਨਲ, ਮੈਂ ਹਾਂ ਸੰਜੀਵ ਯਸ਼ ਖੰਨਾ। ਸਤਿ ਸ਼੍ਰੀ ਅਕਾਲ।